ਅਨਿਲ ਜੋਸ਼ੀ ਉਹਨਾਂ ਨੂੰ ਫਿਰ ਕਿਉਂ ਲੱਗਦਾ ਹੈਗਾ ਕਿ ਅਸਲ ਤਸਵੀਰ ਜਿਹੜੀ ਹੈਗੀ ਹੈ ਪੰਜਾਬ ਦੀ ਜੋ ਰਿਐਲਿਟੀ ਹੈਗੀ ਹੈ ਉਹ ਸਹੀ ਤਰੀਕੇ ਨਾਲ ਉੱਥੇ ਪੇਸ਼ ਨਹੀਂ। ਇਹ ਦੇਖੋ ਹੁਣ ਤੱਤੀ ਖੀਰ ਹੈ, ਅਸੀਂ ਤਾਂ ਹੱਥ ਦੇ ਕੇ ਦੇਖ ਲੇ ਔਰ ਜੋਸ਼ੀ ਵੀ ਦੇ ਕੇ ਦੇਖ ਲੇ। ਅਗਰ ਜੋਸ਼ੀ ਕਿਸਾਨਾਂ ਦੇ ਹਿੱਤੇ ਸੀ ਕਰ ਰਿਹਾ ਹੈ, ਕਿਸਾਨ ਦੀ ਗੱਲ ਕਰ ਰਿਹਾ ਹੈ ਤਾਂ ਚੱਲੇ, ਕਿਸਾਨਾਂ ਦੇ ਤਰਫੋਂ ਜੋਸ਼ੀ ਚੱਲੇ, ਅਸੀਂ ਉਧਰੋਂ ਪਾਸੇ ਆ ਜਾਣੇ, ਆ ਜਾਓ ਕਰਾ ਦੇ, ਫਿਰ ਤਾਂ ਮੌਕਾ ਹੈ ਨਾ। ਕਿਸਾਨਾਂ ਦੀ ਗੱਲ ਕਰ ਰਹੇ ਹੈ ਜੋਸ਼ੀ ਸਾਹਿਬ, ਆ ਜਾਓ ਜੋਸ਼ੀ ਸਾਹਿਬ ਆ ਜਾਣ, ਕਿਸਾਨਾਂ ਨੂੰ ਨਾਲ ਲੈ ਆਣ, ਜੇ ਅਗਰ ਕਿਸਾਨ ਮੰਨ ਲੈਣ ਤਾਂ। ਮਾਸਟਰ ਮੋਹਨ ਲਾਲ ਵੀ ਅਨਿਲ ਜੋਸ਼ੀ ਉਹਨਾਂ ਦੇ ਨਾਲ ਜਿਹੜਾ ਹੈਗਾ ਉਸ ਦੇ ਨਾਲ ਇਤਫਾਕ ਰੱਖਦੇ ਹੈਗੇ ਨੇ। ਉਹ ਵੀ ਕਹਿ ਰਹੇ ਨੇ ਕਿ ਬਿਲਕੁਲ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈਗਾ, ਨਹੀਂ ਤਾਂ 2022 ਦੇ ਵਿੱਚ ਭਾਜਪਾ ਲਈ ਪੰਜਾਬ ਦੇ ਵਿੱਚ ਵੜਨਾ ਔਖਾ ਹੋ ਜਾਣਾ। ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਰੰਜਸ ਕਿੱਥੇ ਹੋਰ ਹੈ, ਕੱਢੀ ਕਿੱਥੇ ਹੋਰ ਜਾਂਦੇ ਨੇ। ਕਿਸ ਦੇ ਉੱਤੇ ਰੰਜਿਸ਼ ਹੈਗੀ ਬੜੀ ਹੈ, ਉਹ ਤਾਂ ਉਹਨਾਂ ਨੂੰ ਪੁੱਛਿਆ ਜਾਏ, ਮੈਂ ਹਰ ਇੱਕ ਚੀਜ਼ ਬੋਲਣ ਨੂੰ ਥੋੜਾ ਹੀ ਹੈ। ਤੋਂ ਪਹਿਲਾਂ ਬਾਈ ਵੀ ਹੈਗਾ ਔਰ ਬਾਈ ਦੀ ਹੀ ਚਿੰਤਾ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਸਤਾ ਰਹੀ ਹੈ। ਅਨਿਲ ਜੋਸ਼ੀ ਜਿਹੜੀ ਗੱਲ ਕਹਿ ਰਹੇ ਨੇ, ਕਹਿੰਦੇ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਗਰਾਊਂਡ ਹੈਗਾ ਉਸ ਨੂੰ ਸਮਝਣਾ ਚਾਹੀਦਾ ਔਰ ਪੰਜਾਬੀ ਹੋਣ ਦੇ ਨਾਤੇ ਸਾਨੂੰ ਇਹਨਾਂ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ। ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਅੱਜ ਵੀ ਖੜੇ ਆ। ਮੈਂ ਨਿਰੋਲ ਕਿਸਾਨ ਆ, ਰਾਜੇਵਾਲ ਦੇ ਤਾਂ ਕਾਰਖਾਨੇ ਹੋਣੇ, ਫੈਕਟਰੀ ਹੋਣੀ ਹੈ, ਔਰ ਜਿਹੜੇ ਯੂਨੀਅਨ ਹੈ ਸਾਰਿਆਂ ਦੇ ਕੁਛ ਨਾ ਕੁਛ ਕਾਰੋਬਾਰ ਹੈ। ਮੈਂ ਖਾਲੀ ਕਿਸਾਨ ਆ, ਓਨਲੀ। ਮੈਂ ਵਾਅਦਾ ਕਰਦਾ ਮੇਰੇ ਕੋਈ ਕਾਰੋਬਾਰ ਧੰਦਾ ਨਹੀਂ ਹੈ। ਕਿਸਾਨ ਦੀ ਚਿੰਤਾ ਮੈਨੂੰ ਜ਼ਿਆਦਾ ਹੈ ਔਰ ਮੈਂ ਕਿਸਾਨ ਦਾ ਹਿੱਸੀ ਹਾਂ। ਐਮਐਸਪੀ ਦੇ ਵਿੱਚ ਵਾਧਾ ਕੀਤਾ ਹੈਗਾ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ, ਕਹਿੰਦੇ ਇਹ ਜੁਮਲਾ ਹੈਗਾ, ਇਹ ਜਿਸ ਤਰੀਕੇ ਦੇ ਨਾਲ ਕਹਿੰਦੇ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀਤਾ ਗਿਆ ਹੈ। ਘੱਟੋ ਘੱਟ ਜੇ ਐਮਐਸਪੀ ਵਧਾਉਣੀ ਸੀਗੀ ਤਾਂ ਜਿਹੜੇ ਖਰਚੇ ਉਹਦੇ ਵਿੱਚ ਆਉਂਦੇ ਹੈਗੇ ਨੇ ਉਹਦਾ ਤਾਂ ਧਿਆਨ ਰੱਖ। ਕੈਪਟਨ ਸਾਹਿਬ ਨੂੰ ਜੇ ਇੰਨੀ ਸ਼ਰਮ ਆ ਰਹੀ ਹੈ, ਇੰਨੀ ਕੱਚਾਈ ਮਹਿਸੂਸ ਹੋ ਰਹੀ ਹੈ ਤਾਂ ਅਲਾਊਂਸ ਕਰ ਦੇਣ ਝੋਨੇ 'ਚ 200 ਰੁਪਏ। ਪੰਜਾਬ ਦੇ ਨਹੀਂ ਸਕਦਾ, ਦੇ ਦੇਣ ਬੋਨਸ, ਦੇ ਦੇਣ 200 ਰੁਪਏ। ਕਰਨ ਫਿਰ ਹਿੰਮਤ, ਕਿਉਂ ਨਹੀਂ ਕਰਦੇ? ਗੱਲਾਂ ਕਰਨੀਆਂ ਸੌਖੀਆਂ। ਭਾਰਤ ਭੂਸ਼ਣ ਆਸ਼ੂ ਕਹਿ ਰਹੇ ਨੇ ਕਿ ਬਾਮ ਰੋੜੀ ਜਿਹੜੀ ਜਾਰੀ ਹੈਗੀ ਹੈ। ਲਾਲ ਸਿੰਘ ਹੁਣੀ ਬਿਆਨ ਦੇ ਰਹੇ ਨੇ ਕਿ ਆਰਡੀਐਫ ਫੰਡ ਜਿਹੜਾ ਹੈਗਾ ਉਹ ਰੋਕ ਦਿੱਤਾ ਗਿਆ ਔਰ ਉੱਥੇ ਹੀ ਜੇਕਰ ਚੋਣਾਂ ਦੀ ਗੱਲ ਕਰੀਏ ਤਾਂ ਉਸ ਦੇ ਉੱਤੇ ਵੀ ਵੈਰੀਫਿਕੇਸ਼ਨ ਲਗਾ ਦਿੱਤੀ ਗਈ ਹੈ। ਸਿਰਫ ਇਹ ਪੰਜਾਬ ਦੇ ਨਾਲ ਹੀ ਵਿਤਕਰਾ ਕਿਉਂ ਕੀਤਾ ਗਿਆ? ਦੇਖੋ ਹੁਣ ਤਾਂ ਉਹਨਾਂ ਦੇ ਜੇ ਅਗਰ ਜੇ ਕਬਜੀ ਵੀ ਹੋ ਜੇ ਨਾ, ਖੂਹ 'ਚ ਜਾ ਕੇ ਤਾਂ ਕਹਿਣਗੇ ਮੋਦੀ ਕਰ ਗਿਆ। ਹੁਣ ਮੋਦੀ ਨਾਂ ਦਾ ਖੋਪੀਆ ਜਿਹੜਾ ਉਹਨਾਂ ਨੂੰ ਹੋਇਆ ਹੈ ਉਹ ਦੂਰ ਨਹੀਂ ਹੁੰਦਾ, ਉਹਨੂੰ ਮੋਦੀ ਹਜਮ ਨਹੀਂ ਹੁੰਦਾ। ਉਹਨਾਂ ਨੂੰ ਪਤਾ ਕਿ ਇਹ ਤਾਂ ਮੋਦੀ ਦਾ ਲੈਣਾ ਹੀ ਨਹੀਂ। ਕਹਿੰਦੇ ਕਿ ਇਹ ਇੱਕ ਤਰੀਕੇ ਦਾ ਸਿਰਫ ਜੁਮਲਾ ਹੈਗਾ, ਸਾਨੂੰ ਇਹ ਐਮਐਸਪੀ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਹੈ ਇਹ ਮਨਜ਼ੂਰ ਨਹੀਂ ਹੈਗਾ। ਕਿਉਂਕਿ ਕਹਿੰਦੇ ਸਪਰੇਆਂ ਦੇ ਰੇਟ ਦੇਖ ਲਈਏ, ਅਸੀਂ ਡੀਜ਼ਲ ਦੇ ਰੇਟ ਦੀ ਗੱਲ ਕਰ ਲਈਏ, ਕਹਿੰਦੇ ਕਿੱਥੇ ਰੇਟ ਜਿਹੜੇ ਹੈਗੇ ਨੇ ਉਹ ਅਸਮਾਨ ਨੂੰ ਛੂਹਣ ਲੱਗ ਗਏ ਹੈਗੇ ਨੇ ਔਰ ਇਹਨਾਂ ਦੇ ਵਿੱਚ ਇਹ 72 ਰੁਪਏ ਦੇ ਨਾਲ ਕਹਿੰਦੇ ਕੀ ਫਰਕ ਪੈ ਜਾਣਾ ਹੈ। ਦੇਖੋ ਮੈਂ ਕਿਸਾਨਾਂ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਕਿ ਅਸੀਂ ਮੂੜੀ ਦੇ ਕੇ, ਡੰਡਾ ਦੇ ਕੇ ਸਰਕਾਰਾਂ ਨੂੰ ਕਦੋਂ ਤੱਕ ਕਣਕ ਔਰ ਝੋਨਾ ਚੁਕਾਉਂਦੇ ਰਵਾਂਗੇ? ਆ ਦੱਸੋ। 5 ਸਾਲ ਦਾ ਸਟਾਕ ਕਣਕ ਦਾ ਪੰਜਾਬ ਦੇ ਵਿੱਚ ਗਲੀ ਸੜੀ ਜਾਂਦਾ ਹੈ ਔਰ ਜਿਹੜਾ ਗਲ ਸੜ ਗਿਆ ਕਰੋੜਾਂ ਦਾ ਨੁਕਸਾਨ ਹੈ। ਉਹ ਕੋਈ ਕੈਪਟਨ ਸਾਹਿਬ ਦੇ ਕੋਲੋਂ ਨਹੀਂ ਜਾਣਾ, ਨਾ ਮੋਦੀ ਸਾਹਿਬ ਕੋਲ ਜਾਣਾ, ਕਿਸੇ ਕੋਲ ਨਹੀਂ ਜਾਣਾ, ਉਹ ਸਾਡੇ ਤੇ ਹੀ ਵਜਨ ਪੈਣਾ। ਤਾਂ ਕਿਉਂ ਨਾ ਅਸੀਂ ਇਹਦੀ ਸਾਜ਼ ਸਮਾਜ ਕਰਕੇ ਜਿਹੜੀ ਚੀਜ਼ ਦੀ ਲੋੜ ਹੈ ਅਸੀਂ ਉਹ ਬੀਜੀਏ। ਅਸੀਂ ਐਮਐਸਪੀ ਕਣਕ ਔਰ ਝੋਨੇ ਦੀ ਕਦੋਂ ਤੱਕ ਕਰਦੇ ਰਾਂਗੇ? ਕਦੋਂ ਤੱਕ ਸਰਕਾਰ ਚੱਕੇਗੀ? ਸਰਕਾਰ ਦੇ ਤੇ ਇਸ ਵਾਰੀ ਹੱਥ ਖੜੇ ਸੀਗੇ। ਸਾਡੇ ਘਰਾਂ ਦੇ ਅੱਗੇ 6-6 ਮਹੀਨੇ ਦੇ ਧਰਨੇ ਲੱਗੇ ਨੇ, ਅਪਸ਼ਬਦ ਬੋਲੇ ਜਾ ਰਹੇ ਨੇ। ਹੁਣ ਮੈਂ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ, ਇਹ ਚੱਲੇਗੀ ਪਤਾ ਨਹੀਂ ਕਿੰਨੇ ਲੋਕ ਗਲਤ ਇਹਦੇ ਵਿੱਚ ਸ਼ਬਦ ਜਿਹੜੇ ਗਲਤ ਬੋਲਦੇ ਨੇ। ਮੈਂ ਕਹਿੰਦਾ ਅਸਲ ਮਾਂ ਪਿਓ ਦੇ ਨਹੀਂ ਹੁੰਦੇ। ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਹੋਏ ਨੇ। 500 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ। ਗੱਲ 2022 ਦੀ ਕਰੀਏ ਤਾਂ ਹਰ ਇੱਕ ਪਾਰਟੀ ਨੇ ਆਪਣਾ ਆਪਣਾ ਗਰਾਊਂਡ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਔਰ ਉੱਥੇ ਹੀ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਵਿੱਚ ਹੁਣ ਕੁਝ ਬਾਗੀ ਸੁਰ ਵੀ ਉੱਠਣੇ ਸ਼ੁਰੂ ਹੋ ਚੁੱਕੇ ਨੇ, ਜਿਹੜੇ ਕਹਿ ਰਹੇ ਨੇ ਕਿ ਇਹਨਾਂ ਖੇਤੀ ਕਾਨੂੰਨਾਂ ਦੀ ਜਿਹੜੀ ਰਿਪੋਰਟ ਹੈ, ਅਸਲ ਤਸਵੀਰ ਜੋ ਪੰਜਾਬ ਦੀ ਹੈ ਉਹ ਹਾਈ ਕਮਾਂਡ ਦੇ ਵਿੱਚ ਉੱਥੇ ਪਹੁੰਚਾਉਣ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਅਸਮਰਥ ਰਹੀ ਹੈ। ਗੱਲਬਾਤ ਕਰਦੇ ਹਾਂ, ਸਾਡੇ ਨਾਲ ਸੁਰਜੀਤ ਕੁਮਾਰ ਜਾਣੀ ਹੋਣੀ ਮੌਜੂਦ ਨੇ। ਜਾਣੀ ਸਾਹਿਬ, ਲੰਬਾ ਸਮਾਂ ਤੁਸੀਂ ਵੀ ਦਿੱਲੀ ਰਹਿ ਕੇ ਆਏ ਹੋ, ਤੁਸੀਂ ਵੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਰਹੇ ਹੋ, ਅਸਲ ਤਸਵੀਰ ਜਿਹੜੀ ਹੈਗੀ ਹੈ ਉਹ ਦੱਸਦੇ ਰਹੇ ਹੈਗੇ ਹੋ। ਅਨਿਲ ਜੋਸ਼ੀ ਉਹਨਾਂ ਨੂੰ ਫਿਰ ਕਿਉਂ ਲੱਗਦਾ ਹੈਗਾ ਕਿ ਅਸਲ ਤਸਵੀਰ ਜਿਹੜੀ ਹੈਗੀ ਹੈ ਪੰਜਾਬ ਦੀ ਜੋ ਰਿਐਲਿਟੀ ਹੈਗੀ ਹੈ ਉਹ ਸਹੀ ਤਰੀਕੇ ਨਾਲ ਉੱਥੇ ਪੇਸ਼ ਨਹੀਂ? ਇਹ ਦੇਖੋ ਹੁਣ ਤੱਤੀ ਖੀਰ ਹੈ, ਅਸੀਂ ਤਾਂ ਹੱਥ ਦੇ ਕੇ ਦੇਖ ਲੇ ਔਰ ਜੋਸ਼ੀ ਵੀ ਦੇ ਕੇ ਦੇਖ ਲੇ। ਅਗਰ ਜੋਸ਼ੀ ਕਿਸਾਨਾਂ ਦੇ ਹਿੱਤੇ ਸੀ ਕਰ ਰਿਹਾ ਹੈ, ਕਿਸਾਨ ਦੀ ਗੱਲ ਕਰ ਰਿਹਾ ਹੈ ਤਾਂ ਚੱਲੇ, ਕਿਸਾਨਾਂ ਦੇ ਤਰਫੋਂ ਜੋਸ਼ੀ ਚੱਲੇ, ਅਸੀਂ ਉਧਰੋਂ ਪਾਸੇ ਆ ਜਾਣੇ, ਆ ਜਾਓ ਕਰਾ ਦੇ, ਫਿਰ ਤਾਂ ਮੌਕਾ ਹੈ ਨਾ। ਕਿਸਾਨਾਂ ਦੀ ਗੱਲ ਕਰ ਰਿਹਾ ਹੈ ਜੋਸ਼ੀ ਸਾਹਿਬ, ਆ ਜਾਓ ਜੋਸ਼ੀ ਸਾਹਿਬ ਆ ਜਾਣ, ਕਿਸਾਨਾਂ ਨੂੰ ਨਾਲ ਲੈ ਆਣ, ਜੇ ਅਗਰ ਕਿਸਾਨ ਮੰਨ ਲੈਣ ਤਾਂ। ਜਦੋਂ ਮੰਨਣਾ ਹੀ ਨਹੀਂ ਕਿਸੇ ਗੱਲ ਦਾ, ਜਦੋਂ ਸਰਕਾਰ ਨੇ ਸਾਰੇ ਰਸਤੇ ਛੱਡਤੇ, ਸਰਕਾਰ ਨੇ ਕਹਿੰਦਾ ਕਾਨੂੰਨ ਵਿਵਸਥਾ ਹੈ, ਆਓ ਨਈ ਪ੍ਰਪੋਜ਼ਲ, ਅੱਛੀ ਪ੍ਰਪੋਜ਼ਲ ਲਿਆਓ, ਆਪਾਂ ਉਹਦੇ ਵਿੱਚ ਪਾ ਦਿੰਦੇ ਹਾਂ। ਸਰਕਾਰ ਨੇ ਕਹਿੰਦਾ ਵੀ ਤੁਸੀਂ ਰੱਦ ਦੀ ਗੱਲ ਕਰਦੇ ਹੋ, ਆਪਾਂ ਇਹਨੂੰ ਹੋਲਡ ਕਰ ਲੈਂਦੇ ਹਾਂ 2-3 ਸਾਲ 2.5 ਸਾਲ ਵਾਸਤੇ, ਕਮੇਟੀ ਬਣਾ ਹੋਰ ਟਾਈਮ ਲੈ ਲੈ ਠੰਡੇ ਬਸਤੇ। ਦੱਸੋ ਸਰਕਾਰ ਦੀ ਕਮੀ ਕਿੱਥੇ ਹੈ?
ਜਿਹੜੀ ਆ ਸਰਕਾਰ ਹੈ ਇਹਦੇ ਵਾਸਤੇ ਸੋਚਣ ਕਿਸਾਨ, ਇਹ ਆਪ ਦੀ ਸਰਕਾਰ ਹੈ ਔਰ ਇਹ ਸਰਕਾਰ ਕਿਸਾਨ ਆਪਣੇ ਸਮਝਦੀ ਹੈ। ਅੱਜ ਤੱਕ ਕਿਸੇ ਨੇ ਉਹ ਤੱਕ ਨਹੀਂ ਕਹੀ। ਅਸੀਂ ਸਭ ਕੁਝ ਬਰਦਾਸ਼ਤ ਕੀਤਾ ਹੈ। ਸਾਡੇ ਘਰਾਂ ਦੇ ਅੱਗੇ 6-6 ਮਹੀਨੇ ਦੇ ਧਰਨੇ ਲੱਗੇ ਨੇ, ਅਬ ਸ਼ਬਦ ਬੋਲੇ ਜਾ ਰਹੇ ਨੇ। ਹੁਣ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ, ਇਹ ਚੱਲੇਗੀ, ਪਤਾ ਨਹੀਂ ਕਿੰਨੇ ਲੋਕ ਗਲਤ ਇਹਦੇ ਵਿੱਚ ਸ਼ਬਦ ਜਿਹੜੇ ਗਲਤ ਬੋਲਦੇ ਨੇ। ਮੈਂ ਕਹਿੰਦਾ ਅਸਲ ਮਾਂ ਪਿਓ ਦੇ ਨਹੀਂ ਹੁੰਦੇ। ਅਸਲ ਮਾਂ ਪਿਓ ਦਾ ਉਹ ਹੈ ਜਿਹੜਾ ਸੱਚੀ ਗੱਲ ਕਰੇ, ਸਹੀ ਗੱਲ ਕਰੇ। ਵਿਰੋਧ ਦਾ ਵਿਰੋਧ ਕਰਨਾ। ਔਰ ਮੈਂ ਜਥੇਬੰਦੀਆਂ ਨੂੰ ਇਹ ਪੁੱਛਣਾ ਚਾਹੁੰਦਾ, ਰਾਜੇਵਾਲ ਨੂੰ ਪੁੱਛਣਾ ਚਾਹੁੰਦਾ, ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇਹ ਕੋਈ ਕਾਨੂੰਨਾਂ ਦਾ ਵਿਰੋਧ ਹੈ ਕਿ ਅਗਰ ਕਾਨੂੰਨਾਂ ਦਾ ਵਿਰੋਧ ਹੈ ਤਾਂ ਤੁਸੀਂ ਉਦੋਂ ਕਿੱਥੇ ਗਏ ਹੋਏ ਸੀ ਜਦੋਂ ਕੈਪਟਨ ਸਾਹਿਬ ਨੇ ਵੱਡੇ ਘਰਾਣਿਆਂ ਦੇ ਬੂਹੇ ਗੇਟ ਪੰਜਾਬ ਦੇ ਵਿੱਚ ਆਉਣ ਵਾਸਤੇ ਖੋਲ੍ਹੇ ਸੀ? ਬਾਦਲ ਸਾਹਿਬ ਨੇ ਕੰਟਰੈਕਟ ਫਾਰਮਿੰਗ ਜਦੋਂ ਕੀਤੀ ਸੀ, ਸੁੱਤੇ ਸੀ ਤੁਸੀਂ ਤੁਹਾਡੀ ਯੂਨੀਅਨ ਹੋਂਦ 'ਚ ਨਹੀਂ ਸੀ। ਔਰ ਜਦੋਂ ਪੰਜਾਬ ਦਾ ਮਾਡਲ ਚੱਕ ਕੇ ਔਰ ਸਹੀ ਸਲਾਮਤ ਜਿਹੜੇ ਪੂਰੇ ਦੇਸ਼ ਦੇ ਵਿੱਚ ਮੋਦੀ ਨੇ ਲਾਗੂ ਕੀਤਾ, ਫਿਰ ਤੁਹਾਨੂੰ ਕਿਸ ਚੀਜ਼ ਦੀ ਹੋਗੀ ਦੱਸੋ? ਇਸ ਦੇ ਵਿੱਚ ਸਾਫ਼ ਸੁਥਰਾ ਜਿਹਾ ਹੈ ਕਿ ਇਹ ਮੋਦੀ ਦਾ ਵਿਰੋਧ ਹੈ, ਨਾ ਕਿ ਬਿੱਲਾਂ ਦਾ ਵਿਰੋਧ ਹੈ। ਔਰ ਉਹਦਾ ਉਦਾਹਰਣ ਤੌਰ ਤੇ ਆਇਆ ਹੈ ਕਿ ਦੇਖੋ ਮੋਦੀ ਸਾਹਿਬ ਨੇ ਨਾ ਕੀ ਮਾੜਾ ਕੰਮ ਕਰਤਾ। ਤੁਸੀਂ ਜੁੱਤੀਆਂ ਦੇ ਹਾਰ ਪਾ ਰਹੇ ਹੋ, ਰਾਵਣ ਦੀ ਥਾਂ ਤੇ ਪੁਤਲੇ ਜਲਾ ਰਹੇ ਹੋ। ਇਹਦਾ ਮਤਲਬ ਬਿੱਲਾਂ ਦਾ ਵਿਰੋਧ ਨਹੀਂ ਹੈ, ਵਿਰੋਧ ਮੋਦੀ ਦਾ ਹੈ। ਔਰ ਜਿਹੜਾ ਇਹ ਕਰ ਰਹੇ ਨੇ, ਗੁੱਸਾ ਭਾਜਪਾ ਨੂੰ ਇਸੇ ਚੀਜ਼ ਦਾ ਹੈਗਾ ਕਿ ਇਹ ਵਿਰੋਧ ਹੋਇਆ ਹੈਗਾ, ਇਸ ਕਰਕੇ ਹੁਣ ਕਿਸਾਨਾਂ ਦੀ ਗੱਲ ਨਹੀਂ ਮੰਨਣੀ ਹੈਗੀ, ਜਾਂ ਫਿਰ ਵਾਕਈ ਹੀ ਤੁਸੀਂ ਸਮਝਦੇ ਹੈਗੇ ਕਿ ਇਹ ਬਿੱਲ ਠੀਕ ਹੈਗੇ ਨੇ? ਕਿਉਂਕਿ ਕਿਸਾਨ ਕਹਿੰਦੇ ਕਿ ਜੇਕਰ ਅਸੀਂ ਕੁਝ ਖਾਣਾ ਨਹੀਂ ਚਾਹੁੰਦੇ ਤਾਂ ਜ਼ਬਰਦਸਤੀ ਕਿਉਂ ਖਵਾਇਆ ਜਾ ਰਿਹਾ ਸਾਨੂੰ? ਦੇਖੋ ਮੇਰੀ ਗੱਲ ਸੁਣੋ ਕਿ ਰਾਜਨੀਤੀ ਪਾਰਟੀ ਕਦੇ ਗੁੱਸਾ ਨਹੀਂ ਕਰਦੀ, ਪਰ ਸਾਨੂੰ ਰਾਜ ਤਿਲਕ ਨਹੀਂ ਹੁੰਦਾ ਹੈ। ਸਾਨੂੰ ਤਾਂ ਇੱਕ ਘਰ ਦੇ ਵਿੱਚ ਜਾ ਕੇ ਪੈਰ ਫੜਨੇ ਪੈਂਦੇ ਹੈ, ਗਲਤੀਆਂ ਵੀ ਮੰਨਣੀ ਪੈਂਦੀ ਹੈ, ਪੁੰਜੇ ਬਹਿਣਾ ਪੈਂਦਾ ਹੈ। ਵੋਟ ਐਵੇਂ ਨਹੀਂ ਮਿਲਦੀ, ਵੋਟਾਂ ਨਾਲ ਅਸੀਂ ਐਮਐਲਏ ਮਿਨਿਸਟਰ ਬਣਦੇ ਹਾਂ। ਰਾਜ ਤਿਲਕ ਹੁੰਦਾ ਹੋਵੇ ਤਾਂ ਸਾਡੇ 'ਚ ਕੁਝ ਵੀ ਆਕੜ ਹੋਵੇ। ਰਾਜਨੀਤੀ ਪਾਰਟੀ ਵੋਟਾਂ 'ਤੇ ਕਦੇ ਆਕੜ ਨਹੀਂ ਹੁੰਦੀ, ਨਾ ਹੀ ਆਕੜ ਕਿਤੇ ਕੰਮ ਚੱਲਦਾ। ਤੇ ਕੋਈ ਸਾਨੂੰ ਇਹ ਗੁੱਸਾ ਨਹੀਂ ਹੈ ਕਿਸਾਨਾਂ 'ਤੇ। ਕਿਸਾਨ ਸਾਡੇ ਨੇ, ਸਾਡੇ ਭਰਾ ਨੇ। ਚਲੋ ਅਸੀਂ ਬਰਦਾਸ਼ਤ ਕਰ ਰਹੇ ਹਾਂ, ਗਾਲਾਂ ਕੱਢਣ, ਸਾਨੂੰ ਕੁਝ ਕਰਨ ਨਾ ਕਰਨ, ਅਸੀਂ ਕੱਲ੍ਹ ਨੂੰ ਇਹ ਸੋਚਣਗੇ ਵੀ ਅਸੀਂ ਗਲਤ ਕੀਤਾ। ਮੈਨੂੰ ਆਕੜ ਨਹੀਂ ਹੈਗੀ, ਜੇ ਅੜੀ ਨਹੀਂ ਹੈਗੀ ਤਾਂ ਫਿਰ ਕਿਉਂ ਨਹੀਂ ਗੱਲ ਉਹਨਾਂ ਦੀ ਮੰਨ ਲਿੱਤੀ ਜਾਂਦੀ ਹੈਗੀ? ਉਹਨਾਂ ਨੂੰ ਤੋੜ ਦਿਓ ਵਾਪਸ, ਜਿੰਨਾ ਵਾਸਤੇ ਜੇ ਤੁਸੀਂ ਕਹਿ ਰਹੇ ਉਹਨਾਂ ਦਾ ਭਲਾ ਕਰ ਰਹੇ ਆ। ਜੇਕਰ ਉਹ ਆਪਣਾ ਭਲਾ ਚਾਹੁੰਦੇ ਨਹੀਂ ਹੈਗੇ ਤਾਂ ਫਿਰ ਉਹਨਾਂ ਨੂੰ ਨੁਕਸਾਨ ਹੋ ਲੈਣ ਦਿਓ। ਮੈਂ ਇੱਕੋ ਗੱਲ ਕਹਿੰਦੀ ਨਾ, ਭਾਰਤੀ ਜਨਤਾ ਪਾਰਟੀ ਵੋਟ ਦੀ ਰਾਜਨੀਤੀ ਨਹੀਂ ਕਰਦੀ। ਵਿਰੋਧ ਤਾਂ ਭਾਖੜਾ ਡੈਮ ਦਾ ਹੋਇਆ ਸੀ ਨਾ, ਇੱਕ ਕਾਮਰੇਡ ਸੀ, 9 ਮਹੀਨੇ ਬੈਠੇ ਰਹੇ ਸੀ। ਅੱਜ ਭਾਖੜਾ ਡੈਮ ਦਾ ਪਾਣੀ ਕਿਉਂ ਲਾਉਂਦੇ ਆ? ਪਾਣੀ ਕਿਉਂ ਪੀਂਦੇ ਆ? ਨਾ ਪੀਣ ਫਿਰ ਭਾਖੜਾ ਡੈਮ ਛੱਡ ਦਿੰਦੀ ਸਰਕਾਰ। ਅੱਜ ਕਿੱਥੇ ਗ੍ਰੀਨਰੀ ਆਣੀ ਸੀ, ਕਿੱਥੇ ਅਨਾਜ ਆਣਾ ਸੀਗਾ? ਵਿਰੋਧ ਤਾਂ ਹਰ ਇੱਕ ਚੀਜ਼ ਦਾ ਹੁੰਦਾ। ਜਦੋਂ ਕੋਈ ਨਈ ਚੀਜ਼ ਆਉਂਦੀ ਹੈ, 4 ਲਾਈਨ 6 ਲਾਈਨ, ਇੱਥੋਂ ਤੱਕ ਕਿ ਅੰਡਰਬ੍ਰਿਜ, ਓਵਰਬ੍ਰਿਜ ਕੋਈ ਵੀ ਬਣਦਾ, ਬੱਸ ਸਟੈਂਡ ਅਗਰ ਸ਼ਹਿਰ 'ਚ ਬਣਦਾ ਉਹਦਾ ਵਿਰੋਧ ਹੁੰਦਾ ਹੈ। ਔਰ ਛੋਟਾ ਜਿਹਾ ਟੋਇਲੇਟ ਉਹਦਾ ਵਿਰੋਧ ਹੈ। ਵਿਰੋਧ ਤਾਂ ਹਰ ਇੱਕ ਚੀਜ਼ ਦਾ ਹੁੰਦਾ, ਪਰ ਉਹਦਾ ਸੁੱਖ ਹੁੰਦਾ ਹੈ। ਔਰ ਜਿਹੜੇ ਕੁਰਸੀਆਂ 'ਤੇ ਬੈਠੇ ਨੇ ਭਾਰਤੀ ਜਨਤਾ ਪਾਰਟੀ, ਨਰਿੰਦਰ ਮੋਦੀ ਜਿਹੜੇ ਬੈਠੇ ਨੇ, ਉਹਨਾਂ ਨੇ ਵਾਅਦਾ ਕੀਤਾ ਲੋਕਾਂ ਨਾਲ ਕਿ ਅਸੀਂ ਇਹ ਕੰਮ ਕਰਾਂਗੇ, ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ। ਤੁਸੀਂ ਇੰਤਜ਼ਾਰ ਕਰੋ, 24 ਕੋਈ ਦੂਰ ਨਹੀਂ ਹੈ। ਜੇ ਵਾਅਦੇ ਪੂਰੇ ਨਾ ਹੋਣ, ਆਮਦਨ ਦੁੱਗਣੀ ਨਾ ਹੋਵੇ, ਅਗਰ ਬੈਨੀਫਿਟ ਨਾ ਮਿਲੇ, ਵੋਟਾਂ ਦੇਖੋ ਸਾਨੂੰ ਹਿੰਦੁਸਤਾਨ ਦੇ ਵਿੱਚ ਕੁਰਬਾਨੀਆਂ ਦੇ ਕੇ ਸਾਡੇ ਸ਼ਹੀਦ ਫਾਂਸੀ ਦੇ ਫੰਦੇ ਚੁੰਮ ਗਏ, ਹੱਸਦੇ ਭੁੱਖੇ ਪਾਣੇ ਰਹਿ ਗਏ। ਸਾਨੂੰ ਬਹੁਤ ਵੱਡੀ ਤਾਕਤ ਵੋਟ ਦੀ ਦੇ ਕੇ ਗਏ। ਸਾਨੂੰ ਡਾਂਗ, ਬੰਦੂਕ, ਲਾਠੀ ਗਲਤ ਦਬਨ ਦੀ ਲੋੜ ਨਹੀਂ ਹੈ ਕਿ ਟਾਈਮ ਜਾਂਦੇ ਦੇਰ ਨਹੀਂ ਲੱਗਦਾ। ਹੁਣ ਕੈਪਟਨ ਸਾਹਿਬ ਜਦੋਂ ਵਾਅਦੇ ਕਰਕੇ ਆਏ ਸੀ, ਗਏ 4.5-6 ਮਹੀਨੇ ਰਹੇ, ਦੇਖ ਲੈਣ ਵਾਅਦੇ ਸਾਰੇ ਵੋਟਾਂ ਦੇ ਵਿੱਚ ਲੋਕਾਂ ਜਵਾਬ ਤੋਂ ਪਹਿਲਾਂ 22 ਵੀ ਹੈਗਾ, ਔਰ 22 ਦੀ ਹੀ ਚਿੰਤਾ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਸਤਾ ਰਹੀ ਹੈ। ਅਨਿਲ ਜੋਸ਼ੀ ਜਿਹੜੀ ਗੱਲ ਕਹਿ ਰਹੇ ਨੇ, ਕਹਿੰਦੇ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਗਰਾਊਂਡ ਹੈਗਾ ਉਸ ਨੂੰ ਸਮਝਣਾ ਚਾਹੀਦਾ, ਔਰ ਪੰਜਾਬੀ ਹੋਣ ਦੇ ਨਾਤੇ ਸਾਨੂੰ ਇਹਨਾਂ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ। ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਅੱਜ ਵੀ ਖੜੇ ਹਾਂ। ਮੈਂ ਨਿਰੋਲ ਕਿਸਾਨ ਹਾਂ। ਰਾਜੇਵਾਲ ਦੇ ਤਾਂ ਕਾਰਖਾਨੇ ਹੋਣੇ, ਫੈਕਟਰੀ ਹੋਣੀ ਹੈ। ਉਹ ਜਿਹੜੇ ਯੂਨੀਅਨ ਹੈ ਸਾਰਿਆਂ ਦੇ ਕੁਛ ਨਾ ਕੁਛ ਕਾਰੋਬਾਰ ਹੈ। ਮੈਂ ਖਾਲੀ ਕਿਸਾਨ ਹਾਂ। ਓਨਲੀ ਮੈਂ ਵਾਅਦਾ ਕਰਦਾ, ਮੇਰੇ ਕੋਈ ਕਾਰੋਬਾਰ ਧੰਦਾ ਨਹੀਂ ਹੈ। ਕਿਸਾਨ ਦੀ ਚਿੰਤਾ ਮੈਨੂੰ ਜ਼ਿਆਦਾ ਹੈ, ਔਰ ਮੈਂ ਕਿਸਾਨ ਦਾ ਇੱਥੇ ਸੀ ਹਾਂ। ਲੋਕੀ ਕਹਿੰਦੇ ਜਾਨੀ ਸਾਹਿਬ ਤੁਹਾਡੀ ਉਦੋਂ ਤੁਸੀਂ ਜਵਾਨ ਕੁਛ ਹੋਰ ਕਰਤੇ ਤੇ ਹੁਣ ਤੁਸੀਂ ਬਦਲ ਗਏ, ਉੱਥੇ ਜਾ ਕੇ ਗਲਤ ਕਹਿ ਰਹੇ ਨੇ ਲੋਕ। ਮੈਂ ਉਦੋਂ ਕਿਸਾਨਾਂ ਦੇ ਨਾਲ ਸੀ ਕਿ ਸੈਂਟਰ ਸਰਕਾਰ ਨੂੰ ਵੀ ਸਵਾਲ ਇਹੀ ਸੀਗਾ ਕਿ ਤੁਹਾਡੀ ਗੱਲ ਪਹਿਲਾਂ ਕੁਝ ਹੋਰ ਹੁੰਦੀ। ਤੁਸੀਂ ਕਹਿੰਦੇ ਸੀ ਕਿ ਜੇਕਰ ਇਹ ਬਿੱਲਾਂ ਦੇ ਵਿੱਚ ਕਾਲਾ ਹੈਗਾ ਤਾਂ ਉਹ ਬਦਲ ਦੇਣੇ ਚਾਹੀਦੇ। ਦੇਖੋ ਮੈਂ ਉਦੋਂ ਗੱਲ ਕੀ ਸੀ, ਕਿਸਾਨ ਕਹਿੰਦੇ ਸਾਡੀ ਗੱਲ ਸੁਣਾਈ ਨਹੀਂ ਹੋ ਰਹੀ। ਅਸੀਂ ਕਿਸਾਨਾਂ ਦੇ ਨਾਲ ਸੀ, ਗੱਲ ਸੁਣਾਈ ਕਰੋ, ਸੁਣਾਈ ਕਰਨੀ ਚਾਹੀਦੀ ਹੈ। ਜੇ ਕਿਸਾਨ ਕਾਲਾ ਕਹਿੰਦਾ ਹੈ, ਤਸੱਲੀ ਦੇਣੀ ਹੈ, ਸਾਡਾ ਫਰਜ਼ ਹੈ, ਸਰਕਾਰ ਦਾ ਫਰਜ਼ ਹੈ। ਗੱਲ ਸੁਣੇ ਸਰਕਾਰ, ਕਿਉਂ ਨਹੀਂ ਸੁਣਦੀ ਸਰਕਾਰ? ਅਸੀਂ ਕਿਸਾਨਾਂ ਦੇ ਨਾਲ ਸੀ। ਜਦੋਂ ਅਸੀਂ ਸਾਡੀ ਕਮੇਟੀ ਬਣ ਕੇ ਅਸੀਂ ਚਲੇ ਗਏ, ਜਦੋਂ ਸਾਡੀ ਸਰਕਾਰ ਹਰੇਕ ਗੱਲ ਮੰਨਣ ਨੂੰ ਤਿਆਰ ਹੈ, ਤੇ ਫਿਰ ਕਿਸਾਨਾਂ ਨਾਲ ਕਿਉਂ ਖੜੀਏ? ਜਦੋਂ ਸਾਡੀ ਸਰਕਾਰ ਸਹੀ ਹਰੇਕ ਗੱਲ ਮੰਨਦੀ ਹੈ, ਤੁਸੀਂ ਉਹਨੂੰ ਹੋਲਡ ਕਰਾ ਲਓ, ਠੰਡੇ ਬਸਤੇ ਪਵਾ ਲਓ, ਤੁਸੀਂ ਆਪ ਦੀ ਚੰਗੀ ਪ੍ਰਪੋਜ਼ਲ ਲਿਆਓ। ਮੈਂ ਤੁਹਾਡੇ ਰਾਹੀਂ ਕਹਿਣਾ, ਲੈ ਜਥੇਬੰਦੀਆਂ 35 ਇੱਥੇ ਇਕੱਠੀ ਹੋ ਜੇ, ਤੁਸੀਂ ਇੱਕ ਬਿਆਨ ਤਾਂ ਦਿਓ, ਚਾਹੁੰਦੇ ਕੀ ਹੋ? ਤੁਸੀਂ ਮੀਟਿੰਗ ਨਾ ਕਰੋ, ਤੁਸੀਂ ਆ ਬਿਆਨ ਤੋਂ ਕਹੋ ਵੀ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਚਾਹੁੰਦੇ ਹਾਂ। ਤੁਸੀਂ ਆ ਕਹੋ ਵੀ ਕਿਸਾਨਾਂ ਨੂੰ ਆ ਚੀਜ਼ਾਂ ਚਾਹੁੰਦੇ, ਆਪ ਦੀ ਗੱਲ ਤਾਂ ਰੱਖੋ।
ਗੱਲ ਕੁਛ ਨਹੀਂ ਹੈ ਬਈ ਇੱਕੋ ਗੱਲ ਰੱਦ ਕਰੋ ਰੱਦ ਦੇ ਨਾਲ ਹੱਲ ਨਹੀਂ ਹੈ। ਆਪਦੀ ਆਫਟਰ ਆਲ ਆਪਦੀ ਗਲਤਾ ਰੱਖੋ। ਅਸੀਂ ਚਾਹੁੰਦੇ ਕੀ ਆ ਉਹ ਬਸ ਇੱਕ ਪੁੱਛੇ ਰੱਦ ਕਰ ਦਿਓ ਜੀ। ਕਹਿੰਦੇ ਚਿੱਠੀ ਵੀ ਅਸੀਂ ਲਿਖ ਦਿੱਤੀ, ਚਿੱਠੀ ਕੀ ਲਿਖੀ ਹੈ? ਫੋਨ ਕਾਲ ਦੀ ਗੱਲ ਕਰਦੇ ਸੀ, ਅਸੀਂ ਤਾਂ ਚਿੱਠੀ ਲਿਖ ਕੇ ਭੇਜ ਦਿੱਤੀ ਉਹਨਾਂ ਨੂੰ। 8ਵੀਂ ਮੀਟਿੰਗ ਦੇ ਬਾਅਦ ਮੀਟਿੰਗ ਦੇ ਵਿੱਚ ਸਟਾਪ ਆ ਗਿਆ ਸੀਗਾ। ਕਿਉਂ ਆਇਆ ਸੀ? ਯੈਸ ਔਰ ਨੋ ਦੀ ਗੱਲ ਆ ਗਈ। ਯੈਸ ਔਰ ਨੋ ਦੇ ਵਿੱਚ ਤੁਸੀਂ ਸਮਝਦਾਰ ਹੋ, ਸਾਰੇ ਦੇਸ਼ ਵਾਸੀ ਸਮਝਦਾਰ ਹੈ। ਯੈਸ ਨੋ 'ਚ ਮੀਟਿੰਗ ਨਹੀਂ ਹੁੰਦੀ ਔਰ ਮੀਟਿੰਗ ਦਾ ਕੋਈ ਪਰਪਸ ਵੀ ਨਹੀਂ ਰਹਿੰਦਾ। ਹਾਂ ਨਾ ਕਰਾਣੀ ਤਾਂ ਹਾਲ ਦੇ ਵਿੱਚ ਜਾ ਕੇ ਥੋੜੀ ਕਰਾਣੀ ਹੈ। ਜੇ ਸਰਕਾਰ ਦਾ ਮਨ ਹੋਵੇ ਨਾ ਕਰਨਾ ਤਾਂ ਬੈਠੀ ਕਰ ਦੇਵੇ, ਹਾਂ ਕਰਨੀ ਹੈ ਤਾਂ ਉੱਥੇ ਬੈਠੀ ਕਰਦੇ। ਫਿਰ ਮੀਟਿੰਗ ਦਾ ਕੀ ਤੁਕਰੇ ਗਿਆ? ਜਦੋਂ ਅਸੀਂ ਕਿਹਾ, ਸਾਨੂੰ ਜਥੇਬੰਦੀਆਂ ਨੇ ਕਿਹਾ, ਬੂਟਾ ਸਿੰਘ ਬੁਰਜਗਿੱਲ ਨੂੰ ਪੁੱਛ ਲਿਆ ਜੀ, ਇਹਦਾ ਫੋਨ ਆਇਆ, 2-3 ਦਾ ਹੋਰ ਫੋਨ ਆਇਆ, ਬੋਲੇ ਜੱਟ ਸਾਹਿਬ ਮੀਟਿੰਗ ਕਰਾਓ। ਮੈਂ ਕਹਿ ਰਿਹਾ ਯੈਸ ਨੋ 'ਤੇ ਤਾਂ ਮੀਟਿੰਗ ਹੁੰਦੀ ਨਹੀਂ। ਕਿ ਫਿਰ ਮੈਂ ਕਹਿ ਰਿਹਾ ਯੈਸ ਨੋ ਨੂੰ ਛੱਡ ਕੇ ਅੱਗੇ ਵਧੋ ਤਾਂ ਮੀਟਿੰਗ ਹੋ ਜੂਗੀ। ਕਿ ਕਿਵੇਂ ਵਧੀਆ? ਮੈਂ ਤੁਸੀਂ ਬਿਆਨ ਦਿਓ ਵੀ ਅਸੀਂ ਯੈਸ ਨੋ ਤੋਂ ਅੱਗੇ ਮੀਟਿੰਗ ਕਰਾਂਗੇ। ਔਰ ਬਿਆਨ ਉਹਨਾਂ ਦੇ ਆਏ, ਮੈਂ ਝੂਠ ਨਹੀਂ ਮਾਰਦਾ। ਅਸੀਂ ਮੀਟਿੰਗ ਰਖਾਤੀ, ਫਿਰ ਉਹਨਾਂ ਦੇ ਉਹੀ ਉੱਥੇ ਦੇ ਉੱਥੇ ਤੀਰ ਤੇ ਪਾਣ ਉੱਥੇ ਰੱਦ ਕਰੋ। अब सरकार ने देखो कोई आकड़ नहीं है, सरकार ने हाथ जोड़ के प्रार्थना की थी भी रद्द करना साढ़े वास्ते सौखा नहीं है, मजबूरी है। और तुसी जो चाहो इनू तैन होल्ड कर लेने, अगे टाइम और ले लो, अच्छी प्रपोजल लियाओ, कानूनी की व्यवस्था है। अच्छी प्रपोजल की हो सकती? तुसी की समझते हो अच्छी प्रपोजल दे विच की हो सकता है? की किसान अच्छी प्रपोजल लिखण? या तो किसान दसन या मैं दस देना। अच्छी प्रपोजल ये है कि देखो कि कृषि प्रधान देश है, कृषि प्रधान सूबा है। 28 सूबਿਆਂ ਦੀ ਖੇਤੀਬਾੜੀ ਅਲੱਗ-ਅਲੱਗ ਹੈ। ਹਿਮਾਚਲ ਦੀ ਖੇਤੀ ਜਿਹੜੀ ਹੈ ਸਾਡੇ ਪੰਜਾਬ ਨਾਲ ਨਹੀਂ ਮਿਲਦੀ, ਪੰਜਾਬ ਦੀ ਖੇਤੀ ਰਾਜਸਥਾਨ ਨਹੀਂ ਮਿਲਦੀ, ਰਾਜਸਥਾਨ ਦੀ ਖੇਤੀ ਕੇਰਲਾ ਨਾਲ ਨਹੀਂ ਮਿਲਦੀ, ਯੂਪੀ ਨਾਲ ਨਹੀਂ ਮਿਲਦੀ। ਕਿਸੇ ਵੀ ਸਟੇਟ ਦੀ 28 ਸਟੇਟਾਂ ਦੇ ਵਿੱਚ ਕਿਸੇ ਦੀ ਖੇਤੀ ਕਿਸੇ ਨਾਲ ਨਹੀਂ ਮਿਲਦੀ। ਔਰ ਕ੍ਰਿਸ਼ੀ ਨੀਤੀ ਹੈ ਨਹੀਂ। ਮੌਸਮ ਅੱਛਾ ਹੈ, ਮੌਸਮ ਹੈ, ਰਿਤੂ ਬਾਹਰ ਹੈ, ਮਿਹਨਤਕਸ਼ ਕਿਸਾਨ ਹੈ, ਸਭ ਕੁਝ ਸਾਡੇ ਕੋਲ ਹੈ, ਪਰ ਕ੍ਰਿਸ਼ੀ ਨੀਤੀ ਨਹੀਂ ਹੈ। ਮੈਂ ਕਹਿੰਦਾ ਵੀ ਕ੍ਰਿਸ਼ੀ ਨੀਤੀ ਬਣਵਾਓ, ਕ੍ਰਿਸ਼ੀ ਆਯੋਗ ਬਣਾਓ ਔਰ ਇਹ ਸੋਚੋ ਵੀ ਸਾਨੂੰ ਕਿੱਥੇ ਕੀ ਚੀਜ਼ ਸਾਨੂੰ ਬੀਜਣੀ ਚਾਹੀਦੀ ਹੈ ਔਰ ਕਿਸ ਤਰ੍ਹਾਂ ਉਹਦਾ ਸਟਾਕ ਹੋ ਕੇ ਔਰ ਕਿਹੜੀ ਚੀਜ਼ ਦੀ ਬਾਹਰ ਲੋੜ ਹੈ, ਡਿਮਾਂਡ ਕਿਸ ਚੀਜ਼ ਦੀ ਹੈ। ਤਾਂ ਬਾਕੀ ਜਿਹੜੀ ਸਾਨੂੰ ਲੋੜ ਹੈ 130 ਕਰੋੜ ਬੰਦਿਆਂ ਨੂੰ, ਕਿੰਨਾ ਸਾਨੂੰ ਅਨਾਜ ਚਾਹੀਦਾ ਹੈ, ਕਿੰਨਾ ਸਾਡੇ ਪਸ਼ੂਆਂ ਵਾਸਤੇ ਦਾਲਾਂ ਪੱਠਾ ਅਨਾਜ ਪੋਲਟਰੀ ਵਾਸਤੇ ਕੀ ਚਾਹੀਦਾ ਹੈ, ਸਾਡੀ ਖਪਤ ਕਿੰਨੀ ਹੈ ਉਨੀ ਅਸੀਂ ਉਹ ਬੀਜੀਏ। ਬਾਕੀ ਜਿਹੜੀ ਚੀਜ਼ ਐਕਸੈਸ ਜਿਹੜੀ ਚੀਜ਼ ਹੈ ਉਹ ਅਸੀਂ ਉਹ ਬੀਜੀਏ ਜਿਹਦੀ ਡਿਮਾਂਡ ਬਾਹਰ ਹੋਵੇ। ਬੜੀ ਹੈ ਮੈਡੀਸਨ, ਬੜੀ ਹੈ ਦਵਾਈਆਂ ਦੀ ਹੈ, ਜੜੀਆਂ ਹੈ, ਬੂਟੀਆਂ ਹੈ, ਬੜਾ ਕੁਛ ਹੈ। ਔਰ ਅਸੀਂ ਇਹ ਜਿਹੜਾ ਕਾਨੂੰਨ ਮੋਦੀ ਸਾਹਿਬ ਨੇ ਬਣਾਇਆ, ਮੋਦੀ ਸਾਹਿਬ ਨੇ ਨਹੀਂ ਬਣਾਇਆ, ਪੰਜਾਬ ਨੇ ਆਲਰੇਡੀ ਪਹਿਲਾਂ ਬਣਾਇਆ। ਔਰ ਇਹਦੇ ਵਿੱਚ ਫਾਇਦਾ ਕੀ ਹੈ ਕਿ ਕਹਿੰਦੇ ਜੀ ਸਾਨੂੰ ਤਾਂ ਅਡਾਣੀ ਅਬਾਣੀ ਜ਼ਮੀਨਾਂ ਲੈ ਜਾਣਗੇ। ਤਾਂ ਵਿਧਾਨ ਸਭਾ ਬੁਲਾ ਕੇ ਉਹ ਸਾਰੇ ਮਤੇ ਵੀ ਜਿਹੜੇ ਹੈਗੇ ਪਾ ਦਿੱਤੇ, ਉਹਦਾ ਰੱਦ ਵੀ ਕਰ ਦਿੱਤੇ ਹੈਗੇ ਨਾ। ਫਿਰ ਜੇਕਰ ਤੁਸੀਂ ਐਗਜ਼ਾਮਪਲ ਪੰਜਾਬ ਸਰਕਾਰ ਦੀ ਦੇ ਰਹੇ ਹੋ, ਕੈਪਟਨ ਅਮਰਿੰਦਰ ਸਿੰਘ ਦੀ ਦੇ ਰਹੇ ਹੋ, ਤਾਂ ਜੋ ਕਦਮ ਉਹਨਾਂ ਨੇ ਚੁੱਕਿਆ ਵਿਧਾਨ ਸਭਾ ਦੇ ਵਿੱਚ ਮਤੇ ਪਵਾ ਕੇ ਰੱਦ ਕਰਨ ਦਾ, ਤੁਸੀਂ ਵੀ ਫਿਰ ਉਹ ਚੀਜ਼ ਨੂੰ ਫੋਲੋ ਕਰੋ। ਹਾਂ, ਵੋਟ ਦੀ ਰਾਜਨੀਤੀ ਹੈ ਨਾ। ਕਾਂਗਰਸ ਵੋਟ ਦੀ ਰਾਜਨੀਤੀ ਕਰਦੀ ਹੈ, ਅਕਾਲੀ ਦਲ ਵੋਟ ਦੀ ਰਾਜਨੀਤੀ ਕਰਦੀ ਹੈ। ਭਾਰਤੀ ਜਨਤਾ ਪਾਰਟੀ ਵੋਟ ਦੀ ਰਾਜਨੀਤੀ ਨਹੀਂ ਕਰਦੀ। ਭਾਰਤੀ ਜਨਤਾ ਪਾਰਟੀ ਸਿਧਾਂਤ ਦੀ ਰਾਜਨੀਤੀ ਕਰਦੀ ਹੈ, ਦੇਸ਼ ਹਿੱਤ ਦੀ ਰਾਜਨੀਤੀ ਕਰਦੀ ਹੈ, ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ ਔਰ ਅੱਗੇ ਲੈ ਕੇ ਜਾਏਗੀ। ਮਾਸਟਰ ਮੋਹਨ ਲਾਲ ਵੀ ਅਨਿਲ ਜੋਸ਼ੀ ਉਹਨਾਂ ਦੇ ਨਾਲ ਜਿਹੜਾ ਹੈਗਾ ਉਸ ਦੇ ਨਾਲ ਇਤਫਾਕ ਰੱਖਦੇ ਹੈਗੇ ਨੇ। ਉਹ ਵੀ ਕਹਿ ਰਹੇ ਨੇ ਕਿ ਬਿਲਕੁਲ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈਗਾ, ਨਹੀਂ ਤਾਂ 2022 ਦੇ ਵਿੱਚ ਭਾਜਪਾ ਲਈ ਪੰਜਾਬ ਦੇ ਵਿੱਚ ਵੜਨਾ ਔਖਾ ਹੋ ਜਾਣਾ। ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਰੰਜਸ ਕਿੱਥੇ ਹੋਰ ਹੈ, ਕੱਢੀ ਕਿੱਥੇ ਹੋਰ ਜਾਂਦੇ ਨੇ। ਕਿਸ ਦੇ ਉੱਤੇ ਰੰਜਿਸ਼ ਹੈਗੀ? ਬੜੀ ਹੈ, ਉਹ ਤਾਂ ਉਹਨਾਂ ਨੂੰ ਪੁੱਛਿਆ ਜਾਏ। ਮੈਂ ਹਰ ਇੱਕ ਚੀਜ਼ ਬੋਲਣ ਨੂੰ ਥੋੜਾ ਹੀ ਹੈ ਵੀ ਪਹਿਲੀ ਗੱਲ ਤਾਂ ਕਹਿੰਦੇ ਵੀ ਸਾਨੂੰ ਕਿਸੇ ਨੇ ਕੋਈ ਪੁੱਛਿਆ ਨਹੀਂ। ਉਹ ਤੁਸੀਂ ਪੁੱਛਿਆ ਕਿਉਂ ਨਹੀਂ? ਮੈਂ ਕਹਿੰਦਾ ਸਾਡੀ ਸਟੇਟ ਬੋਡੀ ਨੇ, ਪ੍ਰਧਾਨ ਨੇ, ਅਸੀਂ ਜੀ ਜਾਨ ਲਾ ਰੱਖੀ ਹੈ ਇਸ ਵਾਸਤੇ। ਔਰ ਅਸੀਂ ਮਿੰਨਤਾਂ ਤਰਲੇ ਮੀਟਿੰਗਾਂ ਔਰ ਸਾਨੂੰ ਉੱਥੇ ਜਲਾਲਤ ਦਾ ਵੀ ਸਾਹਮਣਾ ਕਰਨਾ ਪੈਂਦਾ। ਇਹ ਟਾਈਮ ਦੇ ਦਿੰਦੇ ਨੇ, ਅਸੀਂ ਟਾਈਮ ਲੈ ਲੈਂਦੇ, ਅੱਗੇ ਫਿਰ ਜਾਂਦੇ ਨਹੀਂ। ਇਹ ਜਿਹੀਆਂ ਗੱਲਾਂ ਸਾਡੇ ਨਾਲ ਹੋਈਆਂ ਸਰਕਾਰ ਦੀ, ਸੈਂਟਰ ਸਰਕਾਰ ਦੀ ਔਰ ਪੰਜਾਬ ਦੇ ਰਾਜਨੀਤੀ ਸਾਡੇ ਪ੍ਰਧਾਨ ਅਹੁਦੇਦਾਰਾਂ ਦੀ ਕਿਤੇ ਵੀ ਕੋਈ ਫਾਲਟ ਨਹੀਂ ਹੈ। ਅਸੀਂ ਗੱਲ ਕਹਿ ਰਹੇ ਨੇ, ਕਹਿੰਦੇ ਕਿ ਜੇਕਰ ਅਸ਼ਵਨੀ ਸ਼ਰਮਾ ਰਹਿੰਦੇ ਹੈਗੇ ਨੇ ਤਾਂ ਮੈਨੂੰ ਤਾਂ ਟਿਕਟ ਵੀ ਨਹੀਂ ਮਿਲਣੀ ਹੈਗੀ। ਮਾਸਟਰ ਮੋਹਨ ਲਾਲ ਤਾਂ ਇਹ ਵੀ ਗੱਲ ਕਹਿ ਰਹੇ ਹੈਗੇ ਨੇ। ਦੇਖੋ, ਟਿਕਟ ਮਿਲਣੀ ਨਾ ਮਿਲਣੀ ਨਾ ਤਾਂ ਮੇਰੇ ਕਹਿਣ ਤੇ ਮਿਲਣੀ ਨਾ ਗੱਲ, ਉਹ ਤਾਂ ਪਾਰਟੀ ਨੇ ਦੇਖਣਾ ਹੁੰਦਾ ਹੈ। ਟਿਕਟ ਕਿਸੇ ਨੂੰ ਮਿਲੇ ਨਾ ਮਿਲੇ। ਔਰ ਮਿੱਤਲ ਸਾਹਿਬ ਸਾਡੇ ਸੀਨੀਅਰ ਸੀ, ਨਹੀਂ ਮਿਲੀ ਫਿਰ ਕਿਹੜੇ ਪਾਰਟੀ ਨਹੀਂ, ਪਾਰਟੀ 'ਚ ਕੰਮ ਕਰਦੇ ਨੇ ਤਾਂ ਟਿਕਟ ਤਾਂ ਦੇਖੋ ਪਾਰਟੀ ਨੇ। MSP ਦੇ ਵਿੱਚ ਵਾਧਾ ਕੀਤਾ ਹੈਗਾ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ, ਕਹਿੰਦੇ ਇਹ ਜੁਮਲਾ ਹੈਗਾ। ਇਹ ਜਿਸ ਤਰੀਕੇ ਦੇ ਨਾਲ ਕਹਿੰਦੇ ਕੋਝਾ ਮਜ਼ਾਕ ਕਿਸਾਨਾਂ ਦੇ ਨਾਲ ਕੀਤਾ ਗਿਆ ਹੈ, ਘੱਟੋ ਘੱਟ ਜੇ MSP ਵਧਾਉਣੀ ਸੀਗੀ ਤਾਂ ਜਿਹੜੇ ਖਰਚੇ ਉਹਦੇ ਵਿੱਚ ਆਉਂਦੇ ਹੈਗੇ ਨੇ ਉਹਦਾ ਤਾਂ ਧਿਆਨ ਰੱਖ ਲਿੱਤਾ ਜਾਂਦਾ। ਕੈਪਟਨ ਸਾਹਿਬ ਨੂੰ ਜੇ ਇੰਨੀ ਸ਼ਰਮ ਆ ਰਹੀ ਹੈ, ਇੰਨੀ ਕੱਚਾਈ ਮਹਿਸੂਸ ਹੋ ਰਹੀ ਹੈ ਤਾਂ ਅਲਾਊਂਸ ਕਰ ਦੇਣ ਝੋਨੇ 'ਚ 200 ਰੁਪਏ। ਪੰਜਾਬ ਦੇ ਨਹੀਂ ਸਕਦਾ, ਦੇ ਦੇਣ ਬੋਨਸ, ਦੇ ਦੇਣ 200 ਰੁਪਏ। ਕਰਨ ਫਿਰ ਹਿੰਮਤ, ਕਿਉਂ ਨਹੀਂ ਕਰਦੇ? ਗੱਲਾਂ ਕਰਨੀਆਂ ਸੌਖੀਆਂ। ਇਹਨੇ ਸਮਰੱਥ ਹੀ ਨਹੀਂ ਹੈਗੇ, ਕੇਂਦਰ ਦੀ ਸਰਕਾਰ ਹੀ ਜਿਹੜੀ ਹੈਗੀ ਆ ਉਹ ਕਰ ਸਕਦੀ ਹੈਗੀ ਹੈ। ਸਮਰਥ ਕਿਉਂ ਨਹੀਂ ਹੈ? ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਹੈ ਔਰ ਜਿਹੜੇ ਲੁੱਟ ਕੇ ਖਾ ਰਹੇ ਨੇ ਮਾਈਨਿੰਗ, ਅਗਰ ਮਾਈਨਿੰਗ ਨੂੰ ਸਹੀ ਕੰਟਰੋਲ ਕਰੇ ਨਾ ਸਰਕਾਰ, ਹਜ਼ਾਰਾਂ ਕਰੋੜ ਰੁਪਏ ਆਉਂਦਾ ਹੈ ਮਾਈਨਿੰਗ ਦੇ ਵਿੱਚ।
ਔਰ ਲੀਗਰ ਜਿਹੜਾ ਸ਼ਰਾਬ ਦੀ ਗੱਲ ਕਰਦੇ ਨੇ ਔਰ ਇਹ ਕਹਿੰਦੇ ਨੇ ਵੀ ਜਿਹੜੇ ਮੋਦੀ ਸਾਹਿਬ ਨੇ ਕਿਸੇ ਦਾ ਦੁੱਖ ਨਹੀਂ ਕੀਤਾ, ਬੀਜੇਪੀ ਨੇ ਦੁੱਖ ਨਹੀਂ ਕੀਤਾ। ਕੈਪਟਨ ਸਾਹਿਬ ਨੂੰ ਪੁੱਛਿਆ ਤੁਸੀਂ 250 ਬੰਦੇ ਸਿਪਰਟ ਪਿਆ ਕੇ ਮਾਰਦੇ ਔਰ ਨਸ਼ਿਆਂ ਨਾਲ ਕਿੰਨੇ ਲੋਕ ਮਰਨੇ, ਤੁਸੀਂ ਗੁਟਕੇ ਦੀ ਕਸਮ ਖਾਈ। ਕੈਪਟਨ ਸਾਹਿਬ ਦੀ ਕਿਹੜੀ ਤਾਂ ਗੱਲਾਂ ਹੈ। ਕਿਸਾਨ ਵੀ ਕਹਿ ਰਹੇ ਨੇ, ਕਹਿੰਦੇ ਕਿ ਇਹ ਇੱਕ ਤਰੀਕੇ ਦਾ ਸਿਰਫ ਜੁਮਲਾ ਹੈਗਾ, ਸਾਨੂੰ ਇਹ ਐਮਐਸਪੀ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਹੈ ਇਹ ਮਨਜ਼ੂਰ ਨਹੀਂ ਹੈਗਾ, ਕਿਉਂਕਿ ਕਹਿੰਦੇ ਸਪਰੇਆਂ ਦੇ ਰੇਟ ਦੇਖ ਲਈਏ, ਅਸੀਂ ਡੀਜ਼ਲ ਦੇ ਰੇਟ ਦੀ ਗੱਲ ਕਰ ਲਈਏ, ਕਹਿੰਦੇ ਕਿੱਥੇ ਰੇਟ ਜਿਹੜੇ ਹੈਗੇ ਨੇ ਉਹ ਅਸਮਾਨ ਨੂੰ ਛੂਹਣ ਲੱਗ ਗਏ ਹੈਗੇ ਨੇ, ਔਰ ਇਹਨਾਂ ਦੇ ਵਿੱਚ ਇਹ 72 ਰੁਪਏ ਦੇ ਨਾਲ ਕਹਿੰਦੇ ਕੀ ਫਰਕ ਪੈ ਜਾਣਾ ਹੈ। ਦੇਖੋ, ਮੈਂ ਕਿਸਾਨਾਂ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਕਿ ਅਸੀਂ ਮੂੜੀ ਦੇ ਕੇ ਡੰਡਾ ਦੇ ਕੇ ਸਰਕਾਰਾਂ ਨੂੰ ਕਦੋਂ ਤੱਕ ਕਣਕ ਔਰ ਝੋਨਾ ਚੁਕਾਉਂਦੇ ਰਵਾਂਗੇ? ਆ ਦੱਸੋ। 5 ਸਾਲ ਦਾ ਸਟਾਕ ਕਣਕ ਦਾ ਪੰਜਾਬ ਦੇ ਵਿੱਚ ਗਲੀ ਸੜੀ ਜਾਂਦਾ ਹੈ, ਔਰ ਜਿਹੜਾ ਗਲ ਸੜ ਗਿਆ ਕਰੋੜਾਂ ਦਾ ਨੁਕਸਾਨ ਹੈ। ਉਹ ਕੋਈ ਕੈਪਟਨ ਸਾਹਿਬ ਦੇ ਕੋਲੋਂ ਨਹੀਂ ਜਾਣਾ, ਨਾ ਮੋਦੀ ਸਾਹਿਬ ਕੋਲ ਜਾਣਾ, ਕਿਸੇ ਕੋਲ ਨਹੀਂ ਜਾਣਾ, ਉਹ ਸਾਡੇ ਤੇ ਹੀ ਵਜਨ ਪੈਣਾ। ਤਾਂ ਕਿਉਂ ਨਾ ਅਸੀਂ ਇਹਦੀ ਸਾਜ ਸਮਾਜ ਕਰਕੇ ਜਿਹੜੀ ਚੀਜ਼ ਦੀ ਲੋੜ ਹੈ ਅਸੀਂ ਉਹ ਬੀਜੀਏ। ਅਸੀਂ ਐਮਐਸਪੀ ਕਣਕ ਔਰ ਝੋਨੇ ਦੀ ਕਦੋਂ ਤੱਕ ਕਰਦੇ ਰਾਂਗੇ? ਕਦੋਂ ਤੱਕ ਸਰਕਾਰ ਚੱਕੇਗੀ? ਸਰਕਾਰ ਦੇ ਤੇ ਇਸ ਵਾਰੀ ਹੱਥ ਖੜੇ ਸੀਗੇ। ਬਾਹਰ ਜਿਹੜਾ ਅਨਾਜ ਪਿਆ, ਸਾਡੇ ਕੋਲ ਸਟਾਕ ਨਹੀਂ, ਗੋਦਾਮ ਨਹੀਂ ਹੈਗਾ। ਕਿੰਨਾ ਅਨਾਜ ਸੜ ਰਿਹਾ, ਕੋਈ ਮੈਂ ਇਕੱਲਾ ਨਹੀਂ ਕਹਿ ਰਿਹਾ, ਲੋਕਾਂ ਦੇ ਸਾਡੇ ਸਾਹਮਣੇ ਵੱਡੀ ਸਟੇਟਮੈਂਟ ਹੈ। ਫਿਰ ਮਤਲਬ ਮੰਨ ਕੇ ਚੱਲੀਏ ਕਿ ਜੇਕਰ ਕਣਕ ਤੇ ਝੋਨਾ ਹੀ ਬੀਜਦੇ ਰਹੇ ਕਿਸਾਨ, ਤਾਂ ਫਿਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੱਕਣਾ ਵੀ ਬੰਦ ਹੋ ਜਾਊਗਾ। ਕਣਕ ਝੋਨਾ ਦੇਖੋ, ਤੇਲ ਦੀ ਕਮੀ ਹੈ, ਸਰੋਂ ਭੇਜੀਏ। ਐਤਕੀ ਸਰੋਂ ਦਾ ਰੇਟ 7000 ਮਿਲਿਆ ਔਰ ਮੈਨੂੰ ਇੱਕ ਸ਼ਰਮ ਨਹੀਂ ਆਉਂਦੀ, ਸਮਝ ਨਹੀਂ ਆਉਂਦੀ, ਔਰ ਬੜਾ ਸੂਝਵਾਨ ਔਰ ਸਭ ਤੋਂ ਵੱਡਾ ਜਿਹੜਾ ਹੈ ਕਿਸਾਨ ਜਥੇਬੰਦੀ ਦਾ ਆਗੂ ਔਰ ਜਿਹਦਾ ਸੰਗਠਨ ਬੜਾ ਹੈ, ਉਹ ਜਿਹੜੇ ਉਗਰਾ ਸਾਹਿਬ ਇੱਕ ਦਿਨ ਸਟੇਜ ਤੇ ਦੇ ਰਹੇ, ਮੈਂ ਤਾਂ ਟੈਲੀਵਿਜ਼ਨ ਤੇ ਦੇਖਿਆ। ਉਹ ਕਹਿੰਦਾ, ਦੇਖਿਆ ਲੋਕੋ, ਜਿਹੜੀ ਸਰੋਂ ਹੈ ਇਹ ਬਾਬਾ ਰਾਮਦੇਵ ਨੂੰ ਸਾਰੀ ਦੇਤੀ, ਰਾਮਦੇਵ ਨੇ ਸਰੋਂ ਖਰੀਦ ਲਈ। ਉਹ ਮੈਂ ਕਿਹਾ ਸਾਡੇ ਤਾਂ ਕਾਲਾ ਚੋਰ ਖਰੀਦ ਲੇ, ਸਾਨੂੰ 7000 6000 ਮਿਲੇ ਹੈ, ਕਾਲਾ ਚੋਰ ਖਰੀਦ ਲੇ, ਉਗਰਾ ਸਾਹਿਬ ਖੁਦ ਖਰੀਦ ਲਿਆ, ਅਸੀਂ ਤਾਂ ਵੇਚਣੀ ਹੈ, ਜ਼ਮੀਂਦਾਰ ਨੇ ਕਰੇ ਤੋੜ ਰੱਖਣੀ ਹੈ। ਤਾਂ ਤੇਲ ਦੀ ਇੰਨੀ ਕਮੀ ਹੈ ਤਾਂ ਸਾਨੂੰ ਸਰੇ ਦਾਲ ਹੈ, ਤੇਲੀ ਨਾ ਦੂਸਰੀ ਚੀਜ਼ਾਂ ਵੀ ਤਾਂ ਲਾਣੀ ਚਾਹੀਦੀ। ਅਸੀਂ ਕਣਕ ਝੋਨਾ ਕਿਉਂ ਲਾਉਂਦੇ ਹਾਂ? ਕਿ ਸਾਨੂੰ ਇਹ ਹੈ ਕਿ ਵੀ ਕਣਕ ਝੋਨਾ ਵਿਕ ਜੂਗਾ, ਚੱਕਿਆ ਸਰਕਾਰ ਚੱਕੂਗੀ। ਉਹ ਸਰਕਾਰ ਦਾ ਚੱਕਰ ਹੀ ਹੈ, ਪਰ ਵਜ਼ਨ ਤਾਂ ਸਾਡੇ ਤੇ ਹੀ ਪੈਣਾ ਨਾ। ਕੋਈ ਸਰਕਾਰ ਦਾ ਕਿਸੇ ਸਰਕਾਰ ਕੀ ਦੀ ਹੈ, ਨੁਕਸਾਨ ਹੋ ਸਾਡਾ ਹੈ। ਤਾਂ ਇਸ ਵਾਰ ਸਾਨੂੰ ਇਸ ਫਸਲ ਤੋਂ ਬਾਹਰ ਨਿਕਲਣਾ ਪੈਣਾ। ਔਰ ਇਸ ਵਾਸਤੇ ਇਹ ਕਾਨੂੰਨ ਜਿਹੜਾ ਹੈ ਮੋਦੀ ਸਾਹਿਬ ਜਿਹੜਾ ਹੈ ਕਿਸਾਨੀ ਦਾ ਜਿਹੜਾ ਇੱਕ ਮੰਡੀ ਪ੍ਰਾਈਵੇਟ ਕਹਿੰਦੇ, ਪ੍ਰਾਈਵੇਟ ਕੀ ਮੰਡੀ ਹੈ? ਉਹ ਇਹ ਸੋਚਦੇ ਵੀ ਉੱਥੇ ਪ੍ਰਾਈਵੇਟ ਦੁਬਾਰਾ ਉੱਥੇ ਪਿੜ ਲੱਗ ਜੂਗਾ। ਪ੍ਰਾਈਵੇਟ ਮੰਡੀ ਦਾ ਮਤਲਬ ਹੈ ਕਿ ਵੀ ਚਲੋ ਅਗਰ ਕਿਸੇ ਨੇ ਕੰਟੈਕਟ ਫਾਰਮਿੰਗ ਕਰਨੀ ਹੈ, ਕਿਸੇ ਨੇ ਫੁੱਲਾਂ ਦੀ ਕਰ ਲਈ, ਕਿਸੇ ਨੂੰ ਕਿੰਨੇ ਹੋਟਲਾਂ ਨੂੰ ਕੋਈ ਚੀਜ਼ ਚਾਹੀਦੀ ਹੈ, ਕਿੰਨੇ ਬਾਹਰ ਜਿਹੜੇ ਫੁੱਲ ਚਾਹੀਦੇ ਹੈ, ਬਾਹਰ ਕੋਈ ਹੋਰ ਚੀਜ਼ ਚਾਹੀਦੀ ਹੈ, ਦਵਾਈਆਂ ਦੀ ਜਿਹੜੀ ਬੂਟੀ ਹੈ, ਤਾਂ ਉਹ ਚੀਜ਼ਾਂ ਜਿਹੜੀ ਹੈ ਦੇਖੋ ਕਿਸਾਨ ਜਿਹੜਾ ਖੇਤੀ ਤਾਂ ਕਰ ਸਕਦਾ ਹੈ, ਮਾਰਕੀਟਿੰਗ ਨਹੀਂ ਕਰ ਸਕਦਾ। ਭਾਰਤ ਭੂਸ਼ਣ ਆਸ਼ੂ ਕਹਿ ਰਹੇ ਨੇ ਕਿ ਬਾਂਹ ਮਰੋੜੀ ਜਿਹੜੀ ਜਾਰੀ ਹੈਗੀ ਹੈ। ਲਾਲ ਸਿੰਘ ਹੋਣੀ ਬਿਆਨ ਦੇ ਰਹੇ ਨੇ ਕਿ ਆਰਡੀਐਫ ਫੰਡ ਜਿਹੜਾ ਹੈਗਾ ਉਹ ਰੋਕ ਦਿੱਤਾ ਗਿਆ, ਔਰ ਉੱਥੇ ਹੀ ਜੇਕਰ ਚੋਣਾਂ ਦੀ ਗੱਲ ਕਰੀਏ ਤਾਂ ਉਸ ਦੇ ਉੱਤੇ ਵੀ ਵੈਰੀਫਿਕੇਸ਼ਨ ਲਗਾ ਦਿੱਤੀ ਗਈ ਹੈ। ਸਿਰਫ ਇਹ ਪੰਜਾਬ ਦੇ ਨਾਲ ਹੀ ਵਿਤਕਰਾ ਕਿਉਂ ਕੀਤਾ ਜਾ? ਦੇਖੋ, ਹੁਣ ਤਾਂ ਉਹਨਾਂ ਦੇ ਜੇ ਕਬਜੀ ਵੀ ਹੋ ਜੇ ਨਾ, ਖੂਹ 'ਚ ਜਾ ਕੇ ਤਾਂ ਕਹਿਣਗੇ ਮੋਦੀ ਕਰ ਗਿਆ। ਹੁਣ ਮੋਦੀ ਨਾਂ ਦਾ ਖੋਪੀਆ ਜਿਹੜਾ ਉਹਨਾਂ ਨੂੰ ਹੋਇਆ ਹੈ ਉਹ ਦੂਰ ਨਹੀਂ ਹੁੰਦਾ, ਉਹਨੂੰ ਮੋਦੀ ਹਜਮ ਨਹੀਂ ਹੁੰਦਾ। ਉਹਨਾਂ ਨੂੰ ਪਤਾ ਕਿ ਇਹ ਤਾਂ ਮੋਦੀ ਦਾ ਲੜਾ ਹੀ ਨਹੀਂ। ਔਰ 5 ਸਾਲ ਔਰ 6 ਸਾਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਰਪਸ਼ਨ, ਰਿਸ਼ਵਤਖੋਰੀ, ਕੋਈ ਚਾਰਜ ਨਹੀਂ ਲੱਗਦਾ। ਮੋਦੀ ਸਾਹਿਬ ਤਰੱਕੀ ਵੱਲ ਜਾਂਦੇ ਨੇ, ਕਦੇ ਕਹਿੰਦੇ ਜੀ ਆਹ ਕਾਨੂੰਨ ਬਣਾਤਾ, ਕਦੇ ਕਹਿੰਦੇ ਜੀ ਆਹ ਕਾਨੂੰਨ ਬਣਾਤਾ, ਕਦੇ ਕਹਿੰਦੇ ਆਹ ਲਿਆ। ਸੀਏ ਕੀ ਚੀਜ਼ ਸੀ ਜੀ? ਕੀ ਸੀ ਵੀ ਅਗਰ ਬਾਹਰ ਜੇ ਲੋਕ ਪਰੇਸ਼ਾਨ ਹੈ, ਜੋ ਉਹਨਾਂ ਨਾਗਰਿਕਤਾ ਦੇਤੀ ਤਾਂ ਕਿਹੜੀ ਗੱਲ ਹੋ ਗਈ? ਉਹ ਇਸ਼ੂ ਬਣਾ ਲਿਆ, ਮੰਦਰ ਦਾ ਇਸ਼ੂ। ਦੇਖੋ, ਇਹ ਅਸੀਂ ਵਾਅਦੇ ਕੀਤੇ ਸੀ, ਵਾਅਦੇ ਕੀਤੇ ਹੈ, ਉਦੋਂ ਲੋਕਾਂ ਨੇ ਵੋਟਾਂ ਦਿੱਤੀਆਂ, ਉਸ ਵਾਅਦੇ ਤੇ ਦਿੱਤੇ, ਅਸੀਂ ਉਹ ਕੰਮ ਕਰ ਰਹੇ ਹਾਂ, ਤੇ ਕਰਨ ਦਿਓ ਸਾਨੂੰ। ਔਰ 24 ਤੱਕ ਅਗਰ ਕਿਸਾਨਾਂ ਦਾ ਆਮਦਨ ਦੁੱਗਣੀ ਨਾ ਹੋਵੇ ਤੇ ਮੇਰੇ ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਦੇਖੋ, ਹੁਣ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਦਾ ਘਰ ਘਰੀ ਬੈਠੇ, ਕਿਆ ਹੈ ਉੱਥੇ? ਕੀ ਹੈ ਦੱਸੋ? ਉਹਦੇ ਬੈਠੇ ਰਹੋ ਭਾਵੇਂ, ਉਹਦੇ ਕੋਲ ਵਿਚਾਰੇ ਕੋਲ ਕੀ ਹੈ? ਹੁਣ ਮੈਨੂੰ ਘੇਰੀ ਬੈਠਣ, ਮੇਰੇ ਕੋਲ ਪੱਲੇ ਕੀ ਹੈ ਮੇਰੇ? ਦੱਸੋ ਵੀ ਜਦੋਂ ਸਰਕਾਰ ਨੇ ਸਾਰੀ ਗੱਲ ਮੰਨ ਲਈ, ਤੁਸੀਂ ਮੰਨ ਲਓ। ਉਹ ਕਹਿੰਦੇ ਕਿ ਜਿਹੜੇ ਪੰਜਾਬ ਦੇ ਲੀਡਰ ਹੈਗੇ ਨੇ ਘੱਟੋ ਘੱਟ ਇਹੀ ਆਵਾਜ਼ ਚੱਕ ਲੈਣ, ਇਹੀ ਨਾਰਾ ਦੇ ਦੇਣ ਕਿ ਹਾਂ ਇਹ ਕਿਸਾਨਾਂ ਦੇ ਅਗੇਂਸਟ ਹੈਗੇ ਨੇ, ਕਿਸਾਨਾਂ ਦੇ ਨਾਲ ਹੀ ਖੜ ਜਾਣ। ਕਹਿੰਦੇ ਉਹੀ ਸਾਡੇ ਵਾਸਤੇ ਬਹੁਤ। ਮੈਂ ਕਹਿੰਦਾ ਕੀ ਹੈ ਸਾਨੂੰ, ਮੈਂ 20 ਵਾਰੀ ਕਹਿਤਾ, ਮੈਂ ਇੱਥੋਂ ਤੱਕ ਕਹਿਤਾ ਕਿ ਮੈਨੂੰ ਸਮਝਾ ਦਿਓ। ਅਗਰ ਜ਼ਮੀਨ ਜਾਂਦੀ ਹੋਵੇ, ਅਗਰ ਇਹ ਕਾਨੂੰਨ ਜੇ ਨੁਕਸ ਹੈ, ਮੈਨੂੰ ਸਮਝਾ ਦਿਓ। ਜੇ ਮੈਂ ਇੱਕ ਦਿਨ ਉਹਨੂੰ ਕਿਹਾ ਲੱਖੇਵਾਲ ਜਿਹੜਾ ਹੈ ਉਹ ਡਿਬੇਟ ਤੇ ਆ ਗਿਆ, ਲੜਾਉਂਦੇ ਤਾਂ ਤੁਸੀਂ ਹੋ ਸਾਨੂੰ, ਕਿਉਂਕਿ ਇੱਧਰਲੀ ਗੱਲ ਇੱਧਰ ਦੀ ਗੱਲ ਇੱਧਰ, ਤੁਹਾਡੇ ਕੋਲ ਤਾਂ ਹੈਗਾ ਕਿਸੇ ਮੂੰਹ ਤੇ ਲਾ ਕੇ। ਉਹਨਾਂ ਦੀ ਗੱਲ ਤੁਹਾਡੇ ਤੋਂ ਪੁੱਛ ਲੈਂਦੇ, ਤੁਹਾਡੀ ਗੱਲ ਉਹਨਾਂ ਤੋਂ ਪੁੱਛ ਲੈਂਦੇ, ਤੁਸੀਂ ਹੋਰ ਤਰ੍ਹਾਂ ਹੀ ਕਰ ਦਿੰਦੇ ਹੋ ਨਾ। ਤਾਂ ਉਹ ਕਹਿੰਦਾ ਮੈਨੂੰ ਕਿ ਮੈਂ ਕਿਹਾ ਜੀ ਮੈਨੂੰ ਸਮਝਾ ਦਿਓ। ਕਿ ਤੁਸੀਂ ਪਿੰਡਾਂ 'ਚ ਜਾ ਸਮਝਾ। ਮੈਂ ਕਿਹਾ ਲੈ, ਤੁਸੀਂ ਪਿੰਡਾਂ ਲੋਕਾਂ ਨੂੰ ਉਂਗਲੀ ਲਾ ਰੱਖੀ ਹੈ ਕਿ ਇਹਨਾਂ ਨੂੰ ਵੜਨ ਨਾ ਦਿਓ। ਤੁਸੀਂ ਸਟੇਜ ਤੇ ਕਹੋ ਨਾ ਭਾਈ ਇਹਨਾਂ ਦੀ ਵੀ ਗੱਲ ਸੁਣੋ, ਸਾਡੀ ਵੀ ਸੁਣੋ। ਮਤਲਬ ਪ੍ਰਜਾਤੰਤਰ ਦੇਸ਼ ਦੇ ਵਿੱਚ ਉਹਨਾਂ ਇਕੱਲਿਆਂ ਨੂੰ ਰਾਈਟ ਹੈ, ਸਾਨੂੰ ਰਾਈਟ ਹੈ। ਉਹ ਕਹਿੰਦੇ ਤੁਸੀਂ ਮੀਡੀਆ ਕਹਿੰਦਾ ਤੁਸੀਂ ਸਮਝਾ ਨਹੀਂ ਸਕਦੇ। ਉਹ ਕਿਹਨੇ ਪਿਓ ਨੂੰ ਸਮਝਾਈਏ? ਉਹ ਸਾਨੂੰ ਕੋਈ ਵੜ ਨਹੀਂ ਦਿੰਦਾ, ਬੋਲਣ ਨਹੀਂ ਦਿੰਦਾ। ਜਾਂ ਤਾਂ ਸਾਨੂੰ ਕੋਈ ਸਾਡੀ ਗੱਲ ਸੁਣੋ, ਅਸੀਂ ਸਮਝਾ ਦਿੰਦੇ ਹਾਂ।
ਔਰ ਇਹ ਬਿੱਲਾਂ ਦਾ ਵਿਰੋਧ ਨਹੀਂ ਹੈ, ਇਹ ਮੋਦੀ ਦਾ ਵਿਰੋਧ ਹੈ। ਬਿੱਲਾਂ ਦਾ ਵਿਰੋਧ ਹੁੰਦਾ ਤਾਂ ਮੈਂ ਕਈ ਵਾਰੀ ਕਹਿ ਚੁੱਕਿਆ ਹਾਂ ਕਿ ਪੰਜਾਬ ਦੇ ਵਿੱਚ ਇੱਕ ਕਾਨੂੰਨ ਪਹਿਲਾਂ ਆਇਆ ਸੀ ਕਿ ਰਾਜੇਵਾਲ ਸਾਹਿਬ ਇੱਕ ਸੁੱਤੇ ਸੀ, ਪਰ ਚਲੋ ਜੋ ਕੁਝ ਵੀ ਹੈ ਹੁਣ ਇਹ ਆਪਦੀ ਪ੍ਰਪੋਜ਼ਲ ਤਾਂ ਦੇਣ, ਕੀ ਚਾਹੁੰਦੇ ਆ ਤੁਹਾਡੇ ਮੀਡੀਆ ਰਾਹੀਂ ਦੇਣ ਕਿ ਵੀ ਚਲੋ ਕਾਨੂੰਨ ਦੀ ਗੱਲ ਛੱਡੋ, ਸਾਡੇ ਕਿਸਾਨਾਂ ਵਾਸਤੇ ਇਹ ਗੱਲ ਕਰੋ ਤਾਂ ਸਰਕਾਰ ਨੂੰ ਸਮਝ ਵੀ ਆਵੇ, ਇੱਕੋ ਗੱਲ ਵੀ ਰੱਦ ਕਰੋ। ਅੱਛਾ ਜੇ ਮੀਟਿੰਗ ਕਰ ਲੈਣ, ਮੈਂ ਕਿਹਾ ਰਾਜੇਵਾਲ ਮੀਟਿੰਗ ਕਰ ਲੈਣ, ਮੋਦੀ ਨਾਲ ਕਰ ਲੈਣ, ਇੱਕ ਗੱਲ ਆ ਜੇ ਤਾਂ ਇਹ ਮੀਟਿੰਗ ਤਾਂ ਮੀਟਿੰਗ ਨਹੀਂ ਕਰਦੇ, ਮੀਟਿੰਗ ਤੇ ਜਾਂਦੇ ਆ ਕੁਰਸੀਆਂ ਫੋੜ ਕੇ ਬਹਿ ਜਾਂਦੇ, ਕੀ ਗੱਲ ਕਰਨਗੇ। ਹੁਣ ਇਹਨਾਂ ਦੇ ਜਿਹੜੇ ਬਾਹਰ ਕਹਿੰਦੇ ਆ ਮਾੜੇ ਸੀ ਤਾਂ ਮੰਨਦੇ, ਉਹ ਮਾੜੇ ਤਾਂ ਨਹੀਂ ਹੈ, ਮਾਨ ਸਨਮਾਨ ਕੀਤਾ ਵੀ ਤੁਹਾਨੂੰ ਅਗਰ ਕਮੀ ਲੱਗਦੀ ਹੈ ਹਮੇਸ਼ਾ ਕਾਨੂੰਨ। ਪ੍ਰਧਾਨ ਮੰਤਰੀ ਮੋਦੀ ਆਪ ਹੀ ਨਹੀਂ ਬਹਿੰਦੇ ਹੈਗੇ, ਹਮੇਸ਼ਾ ਨਰਿੰਦਰ ਤੋਮਰ ਉਹਨਾਂ ਨੂੰ, ਪਿਊਸ਼ ਗੋਇਲ, ਸੋਮ ਪ੍ਰਕਾਸ਼ ਨੂੰ ਕਹਿੰਦੇ ਨੇ, ਜੇਕਰ ਘਰ ਦਾ ਮੁਖੀਆ ਹੈਗਾ ਤਾਂ ਉਹਨੂੰ ਆਪ ਅੱਗੇ ਆਉਣਾ। ਦੇਖੋ ਇੱਕ ਗੱਲ ਮੇਰੀ ਸੁਣ ਲਓ, ਮੈਂ ਰਾਜੇਵਾਲ ਨੂੰ ਕਿਹਾ, ਡਾਕਟਰ ਸਾਹਿਬ ਨੂੰ ਕਿਹਾ, ਬੂਟਾ ਸਾਰਿਆਂ ਨੂੰ ਮੈਂ ਕਿਹਾ ਤੁਸੀਂ ਐਵੇਂ ਕਰੋ, ਮੋਦੀ ਸਾਹਿਬ ਤੋਂ ਟਾਈਮ ਲਿਓ, ਮੋਦੀ ਸਾਹਿਬ ਟਾਈਮ ਦੇ ਦਿੰਦੇ। ਉਹ ਕਿਸਾਨਾਂ ਦੀ ਸਮੱਸਿਆ ਸੀ, ਤੁਸੀਂ ਪਹਿਲ ਕਰ ਦਿਓ, ਤੁਸੀਂ ਟਾਈਮ ਦਵਾ ਦਿਓ ਉਹਨਾਂ ਨੂੰ। ਮੈਂ ਟਾਈਮ ਦਵਾ ਰਿਹਾ ਸੀ। ਮੈਂ ਜਦੋਂ ਮਿਲਣ ਗਿਆ ਨਾ ਮੋਦੀ ਸਾਹਿਬ, ਮੈਂ ਤੇ ਹਰਜੀਤ ਗਰੇਵਾਲ ਮਿਲਣ ਜਦੋਂ ਗਏ ਸੀ, ਬੂਟਾ ਸਿੰਘ ਨੂੰ ਪੁੱਛ ਲਿਆ ਜੇ, ਜਾਨੀ ਸਾਹਿਬ ਦਾ ਫੋਨ ਆਇਆ ਕਿ ਬੂਟਾ ਸਿੰਘ ਹੈ ਨਾ, ਉਹਨੂੰ ਪੁੱਛ ਲਿਆ ਜੇ ਸਾਦੀਪੁਰ ਨੂੰ ਵੀ ਜਾਨੀ ਸਾਹਿਬ ਦਾ ਫੋਨ ਆਇਆ ਵੀ ਤੁਹਾਨੂੰ ਕਹੇ ਵੀ ਤੁਸੀਂ ਆ ਜਾਓ 5-7 ਦਿਨ ਅਸੀਂ ਮਿਲਾ ਦਿੰਦੇ ਅਗਰ ਤੁਸੀਂ ਚਾਹੋ ਤਾਂ। ਉਹ ਕਹਿੰਦਾ ਠੀਕ ਹੈ ਮੈਂ ਪੁੱਛ ਲੈਂਦਾ। ਮੈਂ ਮੋਦੀ ਸਾਹਿਬ ਨੂੰ ਜਾ ਕੇ ਗੱਲ ਕਹੀ, ਮੋਦੀ ਸਾਹਿਬ ਕਿਸਾਨ ਹੈ ਥੋੜੇ ਕਹੋ ਤਾਂ ਮਿਲਾ ਲਿਓ ਜੀ। ਕਹ ਲਿਆਓ ਬੁਲਾ ਲਓ, ਐਸੀ ਕਿਆ ਬਾਤ ਹੈ, ਕਿਸਾਨ ਆਪਣੇ ਹੀ ਹੈ, ਬੁਲਾਓ। ਉਹ ਮੈਂ PM ਹਾਊਸ ਤੋਂ ਫੋਨ ਕੀਤਾ ਬੂਟਾ ਸਿੰਘ ਸਾਦੀਪੁਰ ਨੂੰ, ਮੈਂ ਕਿਹਾ ਤੁਸੀਂ ਕਿੰਨੇ ਕਿਸਾਨ ਆਣੇ, ਆ ਜਾਓ, ਅਸੀਂ ਇੱਥੇ ਬੈਠੇ ਹਾਂ। ਸਾਨੂੰ ਪੌਣੇ 2 ਘੰਟੇ ਮੋਦੀ ਸਾਹਿਬ ਦੇ ਕੋਠੇ ਅਸੀਂ ਬੈਠੇ ਰਹੇ। ਪਤਾ ਬੂਟਾ ਸਿੰਘ ਕੀ ਕਹਿੰਦਾ, ਸਾਡਾ ਤਾਂ ਫੈਸਲਾ ਨਹੀਂ ਹੋਇਆ। ਯਾਰ ਤੁਹਾਡਾ ਪ੍ਰਧਾਨ ਮੰਤਰੀ ਮਿਲਣ ਵਾਸਤੇ ਫੈਸਲਾ ਨਹੀਂ ਹੋ ਰਿਹਾ, ਤੁਸੀਂ ਕਿਹਦੇ ਕੋਲ ਕੀ ਕਰਾਓਗੇ ਦੱਸੋ। ਇੱਕ ਤਾਂ ਤੁਸੀਂ ਦੇਖੋ ਇਹ ਕੀ ਕਰਦੇ ਨੇ, ਫੋਰਸਲੀ ਕਰਦੇ ਹਰੇਕ ਗੱਲ। ਇੱਕ ਪਾਸੇ ਤੁਸੀਂ ਆਨੇ ਘੋਰ ਕੇ ਕੱਢੀ ਜਾਂਦੇ ਹੋ, ਇੱਕ ਪਾਸੇ ਤੁਸੀਂ ਟਾਈਮ ਲੈਂਦੇ ਹੋ, ਇੱਕ ਪਾਸੇ ਤੁਸੀਂ ਰਸਤੇ ਬੰਦ ਕਰਦੇ ਹੋ, ਇੱਕ ਪਾਸੇ ਮੁਰਦਾਬਾਦ ਕਰਦੇ ਹੋ। ਘੱਟੋ ਘੱਟ ਤੁਸੀਂ ਇੱਕ ਵਾਰੀ ਮੀਟਿੰਗ ਤਾਂ ਕਰ ਲਓ, ਉਹਦੇ ਬਾਅਦ ਕੁਝ ਕਰ ਲਿਆ ਜੇ। ਆਪ ਦਾ ਨਾਲ ਪੈਰਲਰ ਚਲਾ ਰੱਖਿਆ, ਕਹਿੰਦੇ 26 ਜਨਵਰੀ ਅਸੀਂ ਵੀ ਬਰਾਬਰ ਚੱਲਾਂਗੇ, ਅਸੀਂ ਝੰਡਾ ਬਰਾਵਾਂਗੇ। ਦੇਖੋ ਹੁਣ ਲਾਲ ਕਿਲੇ ਤੇ ਗਏ, ਦੇਖੋ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਵਰਗਾ ਨਹੀਂ ਹੋ ਸਕਦਾ, ਕਿਸਾਨ ਹਿਤੈਸ਼ੀ ਮੋਦੀ ਵਰਗਾ ਨਹੀਂ ਹੋ ਸਕਦਾ। ਭਾਵੇਂ ਪੁਲਿਸ ਦਾ ਕਿੰਨਾ ਹੀ ਨੁਕਸਾਨ ਹੋ ਗਿਆ, ਲਾਠੀ ਤੱਕ ਨਹੀਂ ਚੱਕੀ, ਕੁਛ ਨਹੀਂ ਕਿਹਾ। 400 ਪੁਲਿਸ ਵਾਲੇ ਫੱਟੜ ਹੋ ਗਏ, ਕਿਸਾਨਾਂ ਨੂੰ ਕੁਛ ਨਹੀਂ ਕਿਹਾ। ਬਾਅਦ ਦੇ ਵਿੱਚ ਕਹਿੰਦੇ ਪਰਚੇ ਹੀ ਕੀਤੇ ਆ, ਬਸ ਪਹਿਲਾਂ ਕੁਛ ਨਹੀਂ ਕਿਹਾ, ਬਾਅਦ ਦੇ ਵਿੱਚ ਪਰਚੇ ਜਿਹੜੇ ਹੈਗੇ ਨੇ। ਦੇਖੋ ਪਰਚਾ ਦੇ ਅਗਰ ਦੇਖੋ ਤਾਂ ਕਾਨੂੰਨ ਹੈ ਨਾ ਜੀ, ਕਾਨੂੰਨ ਦੇ ਵਿੱਚ ਤੁਹਾਡੇ ਫਾਰਮੈਲਿਟੀ ਕੋ ਪੁਲਿਸ ਨੇ ਲੱਠ ਤੇ ਨਹੀਂ ਮਾਰੇ, ਕਾਨੂੰਨੀ ਪ੍ਰਕਿਰਿਆ ਦੇ ਵਿੱਚ ਤਾਂ ਨਿਕਲਣਾ ਹੀ ਪੈਂਦਾ ਸਾਰਿਆਂ ਨੂੰ। ਫਿਰ ਕੀ ਹੋ ਗਿਆ ਦੇ ਵਿੱਚ ਪੰਜਾਬ ਦੀ ਹੁਣ ਤੁਹਾਨੂੰ ਸਥਿਤੀ ਕੀ ਸਮਝ ਆ ਰਹੀ ਹੈ ਜਾਨੀ ਸਾਹਿਬ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਚੋਣਾਂ ਨੇ, ਪੰਜਾਬ ਦੇ ਵਿੱਚ ਨੇ, ਔਰ ਰਾਕੇਸ਼ ਟਿਕੈਤ ਨੇ ਤਾਂ ਮਮਤਾ ਬੈਨਰਜੀ ਦੇ ਨਾਲ ਵੀ ਮੁਲਾਕਾਤ ਕਰ ਲਿੱਤੀ ਹੈਗੀ, ਔਰ ਮਮਤਾ ਬੈਨਰਜੀ ਨੇ ਵੀ ਕਿਹਾ ਹੈ ਕਿ ਅਸੀਂ ਪੂਰਾ ਸਾਥ ਦੇਵਾਂਗੇ ਧਰਨਿਆਂ ਦੇ ਵਿੱਚ, ਜਿਸ ਤਰ੍ਹਾਂ ਕਿਸਾਨ ਬੈਠੇ ਹੋਏ ਨੇ ਉਹਨਾਂ ਦਾ ਅਸੀਂ ਪੂਰਾ ਸਾਥ ਦੇਵਾਂਗੇ, ਔਰ ਇਹ ਖੇਤੀ ਕਾਨੂੰਨ ਜੇਕਰ ਰੱਦ ਕਰਵਾਉਣਾ ਚਾਹੁੰਦੇ ਨੇ ਤਾਂ ਉਸ ਦੇ ਵਿੱਚ ਪੂਰਾ ਸਮਰਥਨ ਰਹੇਗਾ। 85 ਰੈਲੀਆਂ ਉੱਤਰ ਪ੍ਰਦੇਸ਼ ਦੇ ਵਿੱਚ ਹੋਣ ਜਾ ਰਹੀਆਂ ਨੇ। ਕਿਸਾਨਾਂ ਨੇ ਪਹਿਲਾਂ ਇਹਨਾਂ 5 ਸੂਬਿਆਂ ਦੇ ਵਿੱਚ ਰੈਲੀਆਂ ਕੀਤੀਆਂ, ਹੁਣ ਉੱਤਰ ਪ੍ਰਦੇਸ਼ 'ਚ 85 ਸੂਬਿਆਂ ਦੇ ਵਿੱਚ ਰੈਲੀਆਂ ਹੋਣਗੀਆਂ। ਕਿਵੇਂ ਵੇਖਦੇ ਹੋ? ਦੇਖੋ ਭਾਰਤੀ ਜਨਤਾ ਪਾਰਟੀ ਵਰਲਡ 'ਚ ਸਭ ਤੋਂ ਵੱਡੀ ਪਾਰਟੀ ਹੈ, ਔਰ ਇੱਕ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਕਿ ਜਿਹਦੇ ਵਰਕਰ ਦੀ ਕਦਰ ਹੈ। ਵਰਕਰ ਉਹਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ, ਵਰਕਰ ਉਹਦਾ ਮੁੱਖ ਮੰਤਰੀ ਬਣ ਸਕਦਾ ਹੈ, ਵਰਕਰ ਉਹਦੇ ਪੱਤੇ ਜਾ ਸਕਦਾ ਹੈ। ਔਰ ਦੂਜੀ ਜਿਹੜੀ ਪਾਰਟੀ ਹੈ, ਜੇ ਪਿਓ ਮੁੱਖ ਮੰਤਰੀ ਹੈ ਤਾਂ ਪੁੱਤ ਮੁੱਖ ਮੰਤਰੀ ਬਣੂਗਾ, ਦੂਜਾ ਨਹੀਂ ਬਣ ਸਕਦਾ। ਜੇ ਅਗਰ ਰਾਹੁਲ ਗਾਂਧੀ ਹੈ ਤਾਂ ਉਹਦੇ ਬਾਅਦ ਉਹ ਡੀਕ ਰਹੇ ਨੇ, ਉਹ ਸ਼ਾਦੀ ਨਹੀਂ ਕੀਤੀ, ਅੱਗੇ ਪਤਾ ਨਹੀਂ ਕੀ ਹੋਊਗਾ। ਜਦੋਂ ਤੱਕ ਤਾਂ ਚੱਲ ਰਹੇ ਸੀ ਵੀ ਰਾਹੁਲ ਗਾਂਧੀ ਚਲੋ ਪ੍ਰੇਨਕਾ ਵਾਲੇ ਭਾਲ ਲੈਣਗੇ, ਇਹਨਾਂ ਨੇ ਆਪਦੀ ਪੀढ़ी ਦੇ ਵਿੱਚ ਹੀ ਹੈ। ਜੋ ਕੋਈ ਵੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਹੈ, ਜਿਹੜਾ ਵਰਕਰ ਕੋਈ ਹੈ ਉਹ ਬਣ ਸਕਦਾ ਹੈ। ਦੇਖੋ ਇਲੈਕਸ਼ਨ ਦੀ ਗੱਲ ਹੈ, ਸਿਚੁਏਸ਼ਨ ਤੁਹਾਨੂੰ ਕੀ ਸਮਝ? ਇਲੈਕਸ਼ਨ ਅਸੀਂ ਲੜਾਂਗੇ, ਆਪਦੀ ਗੱਲ ਰੱਖਾਂਗੇ, ਆਪਦਾ ਡੱਬਾ ਮੰਡਾਂਗੇ। ਪਰਦਾਤੰਤਰ ਦੇ ਵਿੱਚ ਲੋਕਾਂ ਦੀ ਇੱਛਾ ਹੈ ਵੋਟ ਪਾਣ ਨਾ ਪਾਣ, ਲੋਕਾਂ ਦੀ ਮਰਜ਼ੀ ਉਹਨੂੰ ਮੁੱਖ ਮੰਤਰੀ ਬਣਾਉਣਗੇ। ਕੋਈ ਸੁਰਜੀਤ ਜਾਣੀ ਕਹੇ ਤਾਂ ਬਣਾਉਂਦੇ ਹੀ ਨਹੀਂ, ਜਿਹੜਾ ਚੰਗਾ ਲੱਗੇ ਉਹਨੂੰ ਬਣਾਉਣਗੇ। ਆਪਣੇ ਵਰਕਰਾਂ ਨੂੰ, ਆਪਣੇ ਲੀਡਰਾਂ ਨੂੰ ਸੈਟੀਸਫਾਈ ਕਰ ਪਾਓਗੇ? ਅਨਿਲ ਜੋਸ਼ੀ ਨੂੰ ਸਮਝਾ ਪਾਓਗੇ? ਅਨਿਲ ਜੋਸ਼ੀ ਤਾਂ ਮੇਰੇ ਵਾਲੀ ਗੱਲ ਸਮਝ ਜਾਣਗੇ, ਤੁਸੀਂ ਜਦੋਂ ਕਰੋਗੇ ਗੱਲ ਅੱਗੇ ਸੁਣੇਗਾ ਉਹ ਸਮਝੇਗਾ। ਮਾਸਟਰ ਮੋਹਨ ਲਾਲ ਵੀ ਸਮਝ ਜਾਣ? ਮਾਸਟਰ ਮੋਹਨ ਲਾਲ ਤਾਂ ਸਮਝਾਏ ਬੈਠੇ ਵਿਚਾਰੇ, ਉਹ ਤਾਂ ਬਜ਼ੁਰਗ ਬੰਦੇ ਨੇ। ਪੰਜਾਬ ਦੇ ਕਿਸਾਨ ਸਮਝ ਜਾਣ? ਪੰਜਾਬ ਦੇ ਕਿਸਾਨ ਨਹੀਂ ਸਮਝਦੇ, ਕਿਸਾਨ ਤਾਂ ਸਮਝ ਜਾਣਗੇ ਪਰ ਜਥੇਬੰਦੀਆਂ ਨਹੀਂ ਸਮਝਦੀਆਂ। ਜਿਹੜਾ ਉਹ ਮਿਸ਼ਨ ਲੈ ਕੇ ਮੈਂ ਕਿਸਾਨ ਜਥੇਬੰਦੀਆਂ, ਮੈਂ ਦੱਸੋ ਮੋਦੀ ਦਾ ਵਿਰੋਧ ਹੈ, ਬਿੱਲਾਂ ਦਾ ਵਿਰੋਧ ਹੈ। ਮੈਂ ਰਾਜੇਵਾਲ ਨੇ ਤੁਹਾਡੇ ਰਾਹੀਂ ਡਾਕਟਰ ਨੂੰ ਪੁੱਛਣਾ ਚਾਹੁੰਦਾ, ਜੇ ਬਿੱਲਾਂ ਦਾ ਵਿਰੋਧ ਹੈ, ਕਾਨੂੰਨ ਦਾ ਵਿਰੋਧ ਹੈ, ਤਾਂ ਤੁਸੀਂ ਕਿੱਥੇ ਗਏ ਸੀ ਜਦੋਂ 13 'ਚ ਬਾਦਲ ਸਾਹਿਬ ਨੇ ਕੰਟੈਕਟ ਫਾਰਮੀ ਪਾਸ ਕੀਤੀ, ਔਰ ਬਾਦਲ ਜਿਹੜਾ ਕੈਪਟਨ ਸਾਹਿਬ ਨੇ ਵੱਡੇ ਘਰਾਣਾ ਵਾਸਤੇ ਗੇਟ ਖੋਲ੍ਹਿਆ ਸੀ, ਉਦੋਂ ਕਿੱਥੇ ਗਏ ਸੀ? ਇਹ ਤਾਂ ਕਾਨੂੰਨ ਮੋਦੀ ਸਾਹਿਬ ਨੇ ਪੰਜਾਬ ਨੂੰ ਦੇਖ ਕੇ ਬਣਾਇਆ, ਦੂਸਰੇ ਸੂਬਿਆਂ 'ਚ ਲਾਗੂ, ਪੰਜਾਬ 'ਚ ਤਾਂ ਪਹਿਲੇ ਆਲਰੇਡੀ ਲਾਗੂ ਸੀਗਾ, ਫਿਰ ਕਿਹੜੀ ਗੱਲ ਹੋ ਗਈ? ਹੁਣ ਜੇ ਪੰਜਾਬ ਨੇ ਰੱਦ ਕਰਤਾ, ਉਹਨੂੰ ਦੇਖ ਕੇ ਰੱਦ ਵੀ ਕਰਦਾ। ਪੰਜਾਬ ਦੇ ਰੱਦ ਕਿਹਨੇ ਕੀਤਾ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ। ਵੋਟ ਦੀ ਰਾਜਨੀਤੀ ਕਰਦੇ ਨੇ ਤਾਂ ਤੁਸੀਂ ਵੀ ਕਰ ਲਓ, ਤੁਸੀਂ ਵੀ ਕਰ ਲਓ, ਤੁਸੀਂ ਵੀ। ਅਸੀਂ ਕਾਂਗਰਸ ਵਰਗੇ ਨਹੀਂ ਹੋ ਸਕਦੇ ਨਾ, ਲੋਕਾਂ ਦੇ ਪ੍ਰਤੀ ਕਰ ਲਓ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰ। ਨਾ ਅਸੀਂ ਵੋਟ ਦੀ ਰਾਜਨੀਤੀ ਕਰਦੇ ਤੇ ਨਾ ਅਸੀਂ ਮਤਲਬ ਸਿਧਾਂਤ ਦੀ ਰਾਜਨੀਤੀ ਕਰਦੇ ਹਾਂ। ਅਸੀਂ
ਨਾ ਅਸੀਂ ਝੂਠ ਦੀ ਰਾਜਨੀਤੀ ਕਰਦੇ। ਧੰਨਵਾਦ ਜਾਨੀ ਸਾਹਿਬ। ਗੱਲਬਾਤ ਕਰਾਂਗੇ ਤਾਂ ਸੁਰਜੀਤ ਕੁਮਾਰ ਜਾਨੀ ਕਹਿ ਰਹੇ ਨੇ ਕਿ ਇੰਟਰਵਿਊ ਤੋਂ ਬਾਅਦ ਹੀ ਅਨਿਲ ਜੋਸ਼ੀ ਤੇ ਮਾਸਟਰ ਮੋਹਨ ਲਾਲ ਉਹਨਾਂ ਨੂੰ ਗੱਲਾਂ ਸਮਝ ਆ ਜਾਣਗੀਆਂ, ਪਰ ਅਸਲ ਦੇ ਵਿੱਚ ਕੀ ਭਾਜਪਾ 2022 ਦੀ ਜਿਹੜੀ ਤਸਵੀਰ ਹੈਗੀ ਆ ਉਹ ਸਮਝ ਰਹੀ ਹੈਗੀ ਹੈ ਜਾਂ ਫਿਰ ਆਪਣੀ ਉਸੇ ਗੱਲ ਦੇ ਉੱਤੇ ਉਹ ਸਟੈਂਡ ਦੇ ਉੱਤੇ ਕਾਇਮ ਹੈ ਕਿ ਕਾਨੂੰਨ ਰੱਦ ਨਹੀਂ ਹੋਣਗੇ ਔਰ ਜੇਕਰ ਬਦਲਾਵ ਕਰਾਉਣਾ ਹੈ ਤਾਂ ਬਦਲਾਵ ਕਰਾਉਣ ਵਾਸਤੇ ਉਹ ਤਿਆਰ ਹੈਗੇ ਨੇ। ਹੁਣ ਦੇਖਣਾ ਹੋਊਗਾ ਕਿ 2022 ਦੇ ਵਿੱਚ ਤਸਵੀਰ ਜਿਹੜੀ ਹੈਗੀ ਆ ਉਹ ਕਿਸ ਤਰੀਕੇ ਦੇ ਨਾਲ ਬਣਦੀ ਹੋਈ ਨਜ਼ਰ ਆਉਂਦੀ ਹੈ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।